खालसा ਖਾਲਸਾ ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਕੀ ਫਤਿਹ। ਜਦੋਂ ਕਿਸੇ ਯੋਧੇ ਬਾਰੇ ਕਿਸੇ ਇਹੋ ਜਿਹੇ ਮਨੁੱਖ ਬਾਰੇ ਜਿਹੜਾ ਆਪਣੀ ਮਿੱਟੀ ਲਈ ਆਪਣੇ ਲੋਕਾਂ ਲਈ ਆਪਣੀ ਮੌਤ ਦੀ ਪਰਵਾਹ ਨਹੀਂ ਕਰਦਾ ਜਾਂ ਆਪਣੇ ਪੱਖ ਦੀ ਕੋਈ ਪਰਵਾਹ ਨਹੀਂ ਕਰਦਾ ਹੈਗਾ, ਉਹ ਸਿਰਫ ਤੇ ਸਿਰਫ ਆਪਣੀ ਮਿੱਟੀ, ਆਪਣੇ ਵਤਨ, ਆਪਣੇ ਲੋਕਾਂ ਲਈ ਜਾਗਦਾ ਹੈ। ਉਹਦੀ ਜਦੋਂ ਮੌਤ ਹੁੰਦੀ ਹੈ ਜਾਂ ਜਦੋਂ ਉਹ ਇਸ ਸੰਸਾਰ ਨੂੰ ਛੱਡਦਾ ਹੈ ਤਾਂ ਜਿਹੜੇ ਲੋਕ ਇਸ ਵਿਛੋੜੇ ਨੂੰ ਮਹਿਸੂਸ ਕਰਦੇ ਨੇ, ਨਿਰਸੰਦੇਹ ਉਹਨਾਂ ਨੂੰ ਦੁੱਖ ਲੱਗਦਾ, ਝਟਕਾ ਲੱਗਦਾ। ਸੋ ਦੇਰ ਵਿੱਚ ਕਈਆਂ ਨੇ ਤੇ ਕਈਆਂ ਨੇ ਸਮੇਂ ਤੇ ਹੀ ਇਹ ਮਹਿਸੂਸ ਕਰ ਲਿਆ ਸੀ ਕਿ ਇਹ ਵਿਅਕਤੀ ਹੈ ਜੋ ਇਹ ਸਾਹ ਲੈ ਰਿਹਾ ਤਾਂ ਸਾਡੇ ਲਈ ਲੈ ਰਿਹਾ, ਇਹ ਸਾਹ ਲੈ ਰਿਹਾ ਉਸ ਮਿੱਟੀ ਲਈ ਸਾਹ ਲੈ ਰਿਹਾ ਜਿਹੜੀ ਮਿੱਟੀ ਗੁਰੂ ਸਾਹਿਬਾਨਾਂ ਦੀ ਵਰਸਾਈ ਹੋਈ ਹੈ। ਜਿਸ ਮਿੱਟੀ ਨੂੰ ਖਤਮ ਕਰਨ ਦੇ ਲਈ, ਜਿਸ ਭਾਸ਼ਾ ਨੂੰ ਖਤਮ ਕਰਨ ਦੇ ਲਈ ਦੁਸ਼ਮਣ ਜਿਹੜਾ ਹੈ ਉਹ ਲੰਮੇ ਸਮੇਂ ਤੋਂ ਵਿਉਂਤਬੰਦੀ ਦੇ ਨਾਲ ਜਿਹੜਾ ਹੈ ਉਹ ਕੰਮ ਕਰ ਰਿਹਾ ਹੈ। ਗੱਲਾਂ ਅਸੀਂ ਵੀ ਕਰਦੇ ਸੀ, ਗੱਲਾਂ ਹੋਰ ਵੀ ਲੋਕ ਕਰਦੇ ਆਏ ਨੇ ਇਸ ਨੁਕਤੇ ਬਾਰੇ ਕਿ ਆਹ ਕੁਝ ਤੁਹਾਡੇ ਨਾਲ ਹੋ ਰਿਹਾ। ਬਹੁਤ ਲੋਕਾਂ ਨੇ ਗੱਲਾਂ ਕੀਤੀਆਂ, ਬਹੁਤ ਲੀਡਰਾਂ ਨੇ ਗੱਲਾਂ ਕੀਤੀਆਂ, ਬਹੁਤ ਸਾਰੇ ਪ੍ਰਚਾਰਕ ਵੀ ਗੱਲਾਂ ਕਰਦੇ ਨੇ, ਪਰ ਕੀ ਹੈ ਕਿ ਸਹਿਜ ਦੇ ਵਿੱਚ ਕੀਤੀਆਂ ਹੋਈਆਂ ਗੱਲਾਂ ਜਿਹੜੀਆਂ ਹੁੰਦੀਆਂ ਨੇ ਜਾਂ ਜਦੋਂ ਅਸੀਂ ਸਟੇਜਾਂ ਤੇ ਬੋਲਦੇ ਹਾਂ, ਸ਼ਾਇਦ ਸਾਨੂੰ ਇਹ ਹੁੰਦਾ ਕਿ ਅਸੀਂ ਇੰਨੇ ਕੁ ਨਾਪ ਤੋਲ ਕੇ ਸ਼ਬਦ ਬੋਲੀਏ ਕਿ ਇਸ ਗੁਰੂ ਘਰ ਦੀ ਕਮੇਟੀ ਜਿਹੜੀ ਹੈ ਉਹ ਨਾਰਾਜ਼ ਨਾ ਹੋ ਜਾਵੇ ਤੇ ਸਾਨੂੰ ਜਿਹੜੇ 2-4 ਡਾਲਰ ਮਿਲਣੇ ਨੇ ਉਹ ਵੀ ਕਿਤੇ ਸਾਡੇ ਹੱਥੋਂ ਨਾ ਚਲੇ ਜਾਣ। ਅਸੀਂ ਨਾਪ ਤੋਲ ਕੇ ਬੋਲਦੇ ਹਾਂ। ਅਸੀਂ ਦੇਖਦੇ ਹਾਂ ਕਿ ਸਾਡੇ ਰਿਸ਼ਤੇਦਾਰ, ਭਾਈ ਭਤੀਜੇ ਜਾਂ ਸਾਡੇ ਪਰਿਵਾਰ ਨੂੰ ਕੋਈ ਆਂਚ ਨਾ ਆ ਜਾਵੇ, ਕੋਈ ਅਸੀਂ ਸਾਡੇ ਮੂੰਹ ਚੋਂ ਇਹੋ ਜਿਹਾ ਜਿਹੜਾ ਸ਼ਬਦ ਆ ਉਹ ਨਿਕਲ ਜਾਵੇ ਕਿ ਉਸ ਚੀਜ਼ ਨੂੰ ਉਹ ਫੜ ਲੈਣ। ਇਹ ਚੀਜ਼ ਹੈ ਇੱਕ ਅਸੀਂ ਇਸ ਨੂੰ ਦਹਿਸ਼ਤ ਦਾ ਨਾਮ ਦੇ ਸਕਦੇ ਹਾਂ, ਅਸੀਂ ਇਸ ਨੂੰ ਦਾਬੇ ਦਾ, ਡਰ ਦਾ ਨਾਮ ਦੇ ਸਕਦੇ ਹਾਂ, ਅਸੀਂ ਇਸ ਨੂੰ ਗਲਬੇ ਦਾ ਨਾਮ ਦੇ ਸਕਦੇ ਹਾਂ, ਅਸੀਂ ਇਸ ਨੂੰ ਆਕਿਊਪੇਸ਼ਨ ਦਾ ਨਾਮ ਦੇ ਸਕਦੇ ਹਾਂ, ਮੈਂਟਲੀ ਆਕਿਊਪੇਸ਼ਨ ਦਾ ਨਾਮ ਦੇ ਸਕਦੇ ਹਾਂ। ਸੋ ਇਹ ਪਿਛਲੇ ਲੰਮੇ ਸਮੇਂ ਤੋਂ, ਮੈਂ 1947 ਤੋਂ ਬਾਅਦ ਦੀ ਗੱਲ ਕਰਾਂ, ਲੰਮੇ ਸਮੇਂ ਤੋਂ 1947 ਤੋਂ ਬਾਅਦ ਹੀ ਇਹ ਚੀਜ਼ ਅਸੀਂ ਦੇਖੀ ਹੈ। ਪਰ ਕੀ ਹੈ ਕਿ ਸਾਡੇ ਸਾਹਮਣੇ ਇੱਕ ਸੂਰਜ ਨਿਕਲਦਾ ਪੰਜਾਬ ਦੀ ਧਰਤੀ ਦੇ ਉੱਤੇ 1978 ਦੇ ਵਿੱਚ। ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਉਹ ਪਰਵਾਹ ਨਹੀਂ ਕਰਦੇ ਹੈਗੇ ਇਸ ਗੱਲ ਦੀ ਕਿ ਨਹੀਂ, ਕਿਸੇ ਨੂੰ ਤਾਂ ਬੋਲਣਾ ਪਏਗਾ, ਕਿਸੇ ਨੂੰ ਤਾਂ ਬੱਚਿਆਂ ਦੀ, ਪਰਿਵਾਰ ਦੀ ਜਾਂ ਆਪਣੇ ਨੇੜੇ ਸਾਕ ਸੰਬੰਧੀਆਂ ਦੀ ਪਰਵਾਹ ਛੱਡਣੀ ਪੈਣੀ ਆ। ਜੇ ਸਾਡੇ ਬਾਜਾਂ ਵਾਲੇ ਨੇ ਆਪਣੇ ਪਰਿਵਾਰ ਵਾਰ ਦਿੱਤਾ, ਸਰਬੰਸ ਵਾਰ ਦਿੱਤਾ ਸਾਡੇ ਲਈ, ਤਾਂ ਅਸੀਂ ਉਹਦੇ ਪੈਰ ਦੇ ਨੇੜੇ ਤਾਂ ਖੜ ਸਕਦੇ ਹਾਂ, ਕੋਸ਼ਿਸ਼ ਤਾਂ ਕਰਨੀ ਚਾਹੀਦੀ ਹੈ। ਸੰਤ ਜਰਨੈਲ ਸਿੰਘ ਦੇ ਮਨ ਦੇ ਵਿੱਚ, ਉਹਨਾਂ ਦੇ ਅੰਤਕਰਨ ਦੇ ਵਿੱਚ ਇਹ ਗੱਲ ਚੱਲੀ, ਵਿਗਸੀ, ਉਹਨੇ ਵਿਕਾਸ ਕੀਤਾ ਤੇ 1978 ਦੇ ਵਿੱਚ ਉਹਨਾਂ ਨੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਲਈ, ਇਹਨਾਂ ਦੀ ਬੇਅਦਬੀ ਰੋਕਣ ਦੇ ਲਈ ਆਪਣੇ ਗੁਰੂ ਦੀ ਆਵਾਜ਼ ਬੁਲੰਦ ਕੀਤੀ। ਉਹ ਜਿਸ ਤਰੀਕੇ ਨਾਲ ਆਵਾਜ਼ ਬੁਲੰਦ ਕੀਤੀ ਤਾਂ ਉਹ ਜਿਹੜਾ ਸਿਸਟਮ ਹੁੰਦਾ ਨਾ, ਮੈਂ ਅੱਗੇ ਵੀ ਸਿਸਟਮ ਦੀ ਕਈ ਵਾਰ ਗੱਲ ਕਰ ਚੁੱਕਿਆ, ਉਹਨੂੰ ਬਰਦਾਸ਼ਤ ਨਹੀਂ ਹੋਇਆ। ਉਹ ਕਹਿੰਦਾ ਜਿਹੜੇ ਆਮ ਲੀਡਰ ਜਾਂ ਆਮ ਕੋਈ ਚੁਣੇ ਹੋਏ ਤੁਹਾਡੇ ਲੋਕ ਜਿਵੇਂ ਉਹ ਗੱਲ ਕਰਦੇ ਨੇ, ਸੁੱਕੀ ਸੁੱਕੀ ਜੀ, ਫਿੱਕੀ ਫਿੱਕੀ ਜੀ, ਤੇ ਸਟੇਜ ਤੇ ਗੱਲ ਕਰ ਲੈਣੀ ਤੇ ਬਸ ਸਟੇਜ ਤੋਂ ਉਤਰਦਿਆਂ ਹੀ ਉਸ ਗੱਲ ਨੂੰ ਵਿਸਾਰ ਕੇ ਆਪਣੇ ਆਪਣੇ ਨੋਟ ਗਿਣਨ ਲੱਗ ਜਾਣਾ ਜਾਂ ਆਪਣੀਆਂ ਕੁਰਸੀਆਂ ਜਾਂ ਆਪਣੀਆਂ ਵੋਟਾਂ ਗਿਣਨ ਲੱਗ ਜਾਣੀਆਂ। ਸਟੇਟ ਨੂੰ ਤੇ ਸਿਸਟਮ ਨੂੰ ਇਹੋ ਜਿਹੇ ਲੀਡਰ ਤੇ ਇਹੋ ਜਿਹੇ ਲੋਕ ਚਾਹੀਦੇ ਹੁੰਦੇ ਨੇ ਜਿਹੜੇ ਉੱਪਰਲੇ ਮਨੋਂ, ਬਿਨਾਂ ਭਾਵਾਂ ਤੋਂ, ਬਿਨਾਂ ਜਜ਼ਬਾਤਾਂ ਤੋਂ, ਬਿਨਾਂ ਕਿਸੇ ਗੱਲ ਤੋਂ
ਜਿਹੜੀ ਹੈ ਉਹ ਗੱਲ ਕਰਨ। ਸਟੇਟ ਉਹਨਾਂ ਨੂੰ ਪੂਜਦੀ ਹੈ, ਸਟੇਟ ਉਹਨਾਂ ਨੂੰ ਤਿਆਰ ਕਰਦੀ ਹੈ ਇਦਾਂ ਦੇ ਲੋਕਾਂ ਨੂੰ। ਪਰ ਕੀ ਹੈ ਕਿ ਸੰਤ ਜਰਨੈਲ ਸਿੰਘ ਜੀ ਉਸ ਮਿੱਟੀ ਦੇ ਬਣੇ ਹੋਏ ਨਹੀਂ ਸਨ। ਉਹ ਤਾਂ ਇਤਿਹਾਸ ਦੇ ਵਿੱਚੋਂ ਸਬਕ ਲੈ ਕੇ ਗੁਰੂ ਸਾਹਿਬਾਨ ਦੇ ਨਾਲ ਚੱਲ ਕੇ ਉਹਨਾਂ ਨੇ ਤਾਂ ਉਹ ਕੁਝ ਆਪਣੇ ਮਨ ਦੇ ਵਿੱਚ, ਆਪਣੇ ਜ਼ਿਹਨ ਦੇ ਵਿੱਚ ਧਾਰਨ ਕੀਤਾ ਹੋਇਆ ਸੀ ਜੋ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਤੋਂ ਅਤੇ ਗੁਰੂ ਸਾਹਿਬਾਨ ਦੀਆਂ ਸਿੱਖਿਆਵਾਂ ਤੋਂ ਧਾਰਨ ਕੀਤਾ ਸੀ। ਉਹ ਚੀਜ਼ ਨੂੰ ਉਹਨਾਂ ਨੇ ਆਪਣੇ ਰੋਮ ਦੇ ਵਿੱਚ ਵਸਾਇਆ ਹੋਇਆ ਸੀ। ਸੋ ਇਹ ਗੱਲ ਡਿਫਰੈਂਟ ਹੋ ਗਈ ਬਾਕੀ ਲੀਡਰਾਂ ਨਾਲੋਂ। ਐਸੇ ਕਰਕੇ ਉਹਨਾਂ ਨੂੰ ਸਟੇਟ ਨੇ ਤੇ ਸਿਸਟਮ ਨੇ ਖਤਮ ਕਰ ਦਿੱਤਾ ਕਿ ਨਹੀਂ, ਇਹ ਸਾਨੂੰ ਪ੍ਰਵਾਨ ਨਹੀਂ। ਸਾਨੂੰ ਦੂਜੇ ਪ੍ਰਵਾਨ ਨੇ ਜਿਹੜੇ ਸਹੁੰ ਖਾ ਕੇ ਅਰਦਾਸ ਕਰਕੇ ਮੁੱਕਰ ਵੀ ਸਕਣ। ਅਸੀਂ ਉਹਨਾਂ ਨੂੰ ਪਾਲਾਂਗੇ, ਉਹਨਾਂ ਨੂੰ ਅਵਾਰਡ ਵੀ ਦੇਵਾਂਗੇ। ਉਹਨਾਂ ਨੇ ਇੱਕ ਪੈਰਾਮੀਟਰ ਤੈਅ ਕੀਤਾ ਕਿ ਜੇ ਤੁਸੀਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਗੱਲ ਕਰੋਗੇ, ਆਪਣੀ ਮਿੱਟੀ ਦੀ, ਆਪਣੀ ਭਾਸ਼ਾ ਦੀ ਗੱਲ ਕਰੋਗੇ, ਆਪਣੇ ਲੋਕਾਂ ਦੀ ਗੱਲ ਕਰੋਗੇ, ਆਪਣੇ ਜਜ਼ਬਾਤਾਂ ਦੀ ਗੱਲ ਕਰੋਗੇ, ਆਪਣੀ ਪੱਗ ਦੀ ਗੱਲ ਕਰੋਗੇ, ਤਾਂ ਤੁਹਾਡਾ ਇਹ ਹਾਲ ਕੀਤਾ ਜਾਏਗਾ। ਤੇ ਜੇ ਤੁਸੀਂ ਝੂਠੀਆਂ ਸੌਹਾਂ ਖਾਓਗੇ, ਆਪਣੇ ਲੋਕਾਂ ਨੂੰ ਵੇਚੋਗੇ, ਵੱਟੋਗੇ, ਆਪਣੇ ਪੁੱਤਾਂ ਨੂੰ ਮਰਵਾਓਗੇ, ਉਹਨਾਂ ਦੇ ਖੂਨ ਨਾਲ ਰੰਗੇ ਹੋਏ ਹੱਥਾਂ ਦੇ ਨਾਲ ਤੁਸੀਂ ਵਿਧਾਨ ਸਭਾ ਦੇ ਵਿੱਚ ਜਾ ਕੇ ਤੁਸੀਂ ਸੌਹਾਂ ਚੁੱਕੋਗੇ, ਤੇ ਫਿਰ ਤੁਹਾਨੂੰ ਚੀਫ ਮਿਨਿਸਟਰੀਆਂ ਮਿਲਣਗੀਆਂ, ਫਿਰ ਤੁਹਾਨੂੰ ਅਵਾਰਡ ਮਿਲਣਗੇ। ਉਹਨਾਂ ਨੇ ਤੈਅ ਕਰ ਦਿੱਤਾ ਪੈਰਾਮੀਟਰ। ਜੇ ਤੁਸੀਂ ਆਪਣੇ ਈਸਟ ਦੀ ਗੱਲ ਕਰੋਗੇ ਤਾਂ ਤੁਸੀਂ ਝੂਠੇ ਪੁਲਿਸ ਮੁਕਾਬਲਿਆਂ ਦੇ ਵਿੱਚ ਮਾਰੇ ਜਾਓਗੇ। ਤੁਹਾਨੂੰ, ਤੁਹਾਡੀਆਂ ਧੀਆਂ ਨੂੰ, ਤੁਹਾਡੇ ਪੁੱਤਾਂ ਨੂੰ, ਤੁਹਾਡੇ ਬਜ਼ੁਰਗਾਂ ਨੂੰ, ਤੁਹਾਡੀਆਂ ਮਾਵਾਂ ਨੂੰ ਥਾਣਿਆਂ ਦੇ ਵਿੱਚ ਲਿਜਾ ਕੇ ਜ਼ਲੀਲ ਕੀਤਾ ਜਾਏਗਾ। ਇਹ ਦਹਿਸ਼ਤ ਹੋ ਗਈ ਇੱਕ। ਉਹਨਾਂ ਨੇ ਇਹ ਪੈਰਾਮੀਟਰ ਤੈਅ ਕੀਤਾ, ਸਥਾਪਿਤ ਕੀਤਾ। ਸੋ ਅਸੀਂ ਉਸ ਚੀਜ਼ ਦੇ ਵਿੱਚੋਂ ਨਿਕਲੇ, ਤੁਸੀਂ ਉਸ ਚੀਜ਼ ਦੇ ਵਿੱਚੋਂ ਨਿਕਲੇ। ਅਸੀਂ ਇੱਕ ਲੰਮਾ ਚੌੜਾ ਇਤਿਹਾਸ ਆਪਣੀਆਂ ਅੱਖਾਂ ਦੇ ਵਿੱਚ, ਆਪਣੇ ਮਨਾਂ ਦੇ ਵਿੱਚ ਲੈ ਕੇ ਤੁਰ ਰਹੇ ਹਾਂ। ਅਸੀਂ ਸੋਚਦੇ ਰਹੇ ਕਿ ਕੀ ਹੁਣ ਸੰਤ ਜਰਨੈਲ ਸਿੰਘ ਤੋਂ ਬਾਅਦ ਕੋਈ ਸਾਡੀ ਗੱਲ ਕਰਨ ਵਾਲਾ ਨਹੀਂ ਆਏਗਾ, ਕੋਈ ਸਾਡੀ ਗੱਲ ਨਹੀਂ ਹੋਵੇਗੀ, ਕਿ ਅਸੀਂ ਐਸੇ ਤਰ੍ਹਾਂ ਟੁੱਟਦੇ ਰਹਾਂਗੇ, ਮਰਦੇ ਰਹਾਂਗੇ, ਕਿ ਅਸੀਂ ਬੋਲ ਵੀ ਨਹੀਂ ਸਕਾਂਗੇ। ਪਰ ਨਹੀਂ, ਵਾਹਿਗੁਰੂ ਦੀ ਕਲਾ ਵਰਤੀ, ਵਾਹਿਗੁਰੂ ਨੇ ਆਪਣੀ ਕਲਾ ਵਰਤਾਈ। ਇੱਕ ਨੌਜਵਾਨ ਭਾਵੇਂ ਉਹ ਦੁਨਿਆਵੀ ਖੇਤਰ ਦੇ ਵਿੱਚ ਕਿਸੇ ਹੋਰ ਪ੍ਰੋਫੈਸ਼ਨ ਦੇ ਵਿੱਚ ਕੰਮ ਕਰਦਾ ਸੀ, ਪਰ ਕਹਿੰਦੇ ਕਿ ਜਦੋਂ ਜਿਹੜੀ ਹੈ ਉਹ ਗੁਰੂ ਦੀ ਕਿਰਪਾ ਹੁੰਦੀ ਹੈ ਤਾਂ ਜਿਵੇਂ ਅਬਦਾਲੀ ਨੂੰ ਕਹਿੰਦੇ ਕਿ ਅਬਦਾਲੀ ਨੇ ਪੁੱਛਿਆ ਕਿ ਸਿੱਖ ਕਿਵੇਂ ਦੇ ਹੁੰਦੇ ਨੇ, ਮੈਨੂੰ ਦਿਖਾ ਤਾਂ ਦਿਓ। ਤਾਂ ਉਹਨਾਂ ਨੇ ਕੁਝ ਭੰਡਾਂ ਨੂੰ ਨਿਹੰਗ ਸਿੰਘਾਂ ਦੀ ਵਰਦੀ ਪਵਾ ਕੇ, ਉਹਨਾਂ ਦਾ ਬਾਣਾ ਪਵਾ ਕੇ ਉੱਥੇ ਉਹਦੇ ਸਾਹਮਣੇ ਲੈ ਕੇ ਆਏ। ਤਾਂ ਉਹਨੇ ਕਿਹਾ ਕਿ ਇਹ ਕਰਦੇ ਕਿਵੇਂ ਨੇ, ਕੀ ਕਰਦੇ ਨੇ, ਕੀ ਇਹਨਾਂ ਦਾ ਰੋਜ਼ਮਰਾ ਦਾ ਜੀਵਨ ਕਿਵੇਂ ਹੁੰਦਾ, ਕੁਝ ਮੈਨੂੰ ਝਲਕੀ ਦਿਖਾਓ। ਤਾਂ ਉਹ ਜਿਹੜੇ ਮਰਾਸੀ ਸੀ, ਭੰਡ ਸੀ, ਜਿਨ੍ਹਾਂ ਨੇ ਨਿਹੰਗ ਸਿੰਘਾਂ ਦਾ ਬਾਣਾ ਪਾਇਆ ਹੋਇਆ ਸੀ ਨਾ, ਉਹਨਾਂ ਨੇ ਸ਼ੁਰੂ ਕੀਤਾ ਫਿਰ ਉਹ ਕਿਰਦਾਰ ਆਪਣਾ ਨਾਟਕ ਕਰਨਾ। ਜਦੋਂ ਕੀਤਾ ਸ਼ੁਰੂ ਤੇ ਉਹਨਾਂ ਨੇ ਅਰਦਾਸ ਕੀਤੀ। ਪਹਿਲਾਂ ਅਰਦਾਸ ਕੀਤੀ, ਜਦੋਂ ਬੋਲੇ ਸੋ ਨਿਹਾਲ ਦਾ ਜਕਾਰਾ ਗਜਾਇਆ, ਬੋਲੇ ਬੁਲਾਏ ਖਾਲਸੇ ਦੇ ਉਹਨਾਂ ਨੇ, ਤਾਂ ਉਹਨਾਂ ਨੇ ਕਿਰਪਾਨਾਂ ਸੂਤ ਲਈਆਂ ਜਿਹੜੀਆਂ ਉਹਨਾਂ ਨੂੰ ਦਿੱਤੀਆਂ ਹੋਈਆਂ ਸੀ ਨਾਟਕ ਕਰਨ ਦੇ ਲਈ। ਕਿਰਪਾਨਾਂ ਧੂ ਲਈਆਂ ਤੇ ਉਹ ਮੁਗਲਾਂ ਤੇ ਚੜ ਪਏ, ਉਹ ਪਠਾਨਾਂ ਤੇ ਉੱਥੇ ਉਸ ਦਰਬਾਰ ਦੇ ਵਿੱਚ ਲੜਾਈ ਹੋਈ। ਅਬਦਾਲੀ ਨੇ ਸਿੰਘਾਸਨ ਤੇ ਚੜ ਕੇ ਆਪਣੀ ਜਾਨ ਬਚਾਈ ਤੇ ਫੌਜ ਨੇ ਫਟਾਫਟ ਉਹ ਮਰਾਸੀਆਂ ਨੂੰ, ਭੰਡਾਂ ਨੂੰ ਉੱਥੇ ਮਾਰਿਆ। ਉੱਥੇ ਲੜਾਈ ਹੋਈ ਜ਼ਬਰਦਸਤ। ਉਹ ਕਹਿੰਦਾ ਇਹ ਕੀ ਗੱਲ, ਤਾਂ ਇੱਕ ਭੰਡ ਬਚਿਆ ਸੀ ਬਾਣੇ ਦੇ ਵਿੱਚ, ਉਹ ਤਾਂ ਹੁਣ ਫਿਰ ਅਰਦਾਸ ਹੋ ਗਈ। ਉਹ ਕਹਿੰਦਾ ਵੀ ਇਹ ਕੀ ਗੱਲ, ਵੀ ਤੁਸੀਂ ਤਾਂ ਕਦੇ ਕਿਰਪਾਨ ਚਲਾਈ ਨਹੀਂ, ਵੀ ਤੁਸੀਂ ਤਾਂ ਨਾਟਕ ਕਰ ਰਹੇ ਸੀ। ਕਹਿੰਦੇ ਸੀ ਨਾਟਕ, ਪਰ ਅਰਦਾਸ ਤਾਂ ਸੱਚੀ ਸੀ ਨਾ, ਅਰਦਾਸ ਤਾਂ ਗੁਰੂ ਦੀ ਸੀ। ਸੋ ਇਹ ਕਿਰਪਾ ਇਸ ਤਰੀਕੇ ਨਾਲ ਵਾਪਰਦੀ ਹੈ, ਕਿਰਪਾ ਇਸ ਤਰੀਕੇ ਨਾਲ ਵਰਤਦੀ ਹੈ, ਹੁੰਦੀ ਹੈ। ਇਹ ਕੁਝ ਅਸੀਂ ਦੇਖਿਆ। ਕਿਸੇ ਵੀ ਮਹਿਕਮੇ ਦੇ ਵਿੱਚ, ਕਿਸੇ ਵੀ ਤੁਹਾਡੇ ਚੋਂ ਕੋਈ ਬਿਨਾਂ ਕਿਸੇ, ਮੈਂ ਕਹਾਂਗਾ ਕਿ ਧਰਮ ਦੀ ਲਵਰੇਜ ਤੋਂ ਬਿਨਾਂ ਕਿਸੇ ਤੇ ਵੀ ਮਹਾਰਾਜ ਆਪਣੀ ਕਲਾ ਵਰਤਾ ਸਕਦਾ। ਪੁਲਿਸ ਵਾਲਿਆਂ ਨੂੰ ਇੱਕ ਵੱਖਰੀ ਟ੍ਰੇਨਿੰਗ ਹੁੰਦੀ ਹੈ, ਇੱਕ ਵੱਖਰੀ ਤਰ੍ਹਾਂ ਦਾ ਉਹਨਾਂ ਦੀ ਟ੍ਰੇਨਿੰਗ ਉਸ ਤਰੀਕੇ ਨਾਲ ਹੋਈ ਹੁੰਦੀ ਹੈ ਕਿ ਉਹਨਾਂ ਨੂੰ ਇਹ ਸਹੁੰ ਚੁਕਾਈ ਜਾਂਦੀ ਹੈ ਕਿ ਉਹਨਾਂ ਦਾ ਧਰਮ ਜਿਹੜਾ ਹੈ ਸਭ ਤੋਂ ਵੱਡਾ, ਉਹਨਾਂ ਦੀ ਡਿਊਟੀ ਹੈ। ਜੇ ਉਹ ਸਿੱਖ ਨੇ ਜਾਂ ਹਿੰਦੂ ਨੇ
ਜਾਂ ਕਿਸੇ ਧਰਮ ਨਾਲ ਸੰਬੰਧ ਰੱਖਦੇ ਨੇ, ਉਹ ਉਹਨਾਂ ਦਾ ਦੂਜਾ ਧਰਮ ਹੈ। ਪਰ ਕੀ ਹੈ ਕਿ ਜਦੋਂ ਕਲਾ ਵਾਪਰਦੀ ਹੈ ਤਾਂ ਜਿਹੜਾ ਧਰਮ ਹੈ ਉਹ ਵੱਡਾ ਹੋ ਜਾਂਦਾ ਉਸ ਵਿਅਕਤੀ ਵਿਸ਼ੇਸ਼ ਲਈ। ਜਿਵੇਂ ਭਾਈ ਸਤਵੰਤ ਸਿੰਘ ਤੇ ਭਾਈ ਬੇਅੰਤ ਸਿੰਘ ਜੀ ਪੁਲਿਸ ਦੀ ਨੌਕਰੀ ਕਰਦੇ ਹੋਏ ਵੀ ਜਿਹੜਾ ਹੈ ਉਹਨਾਂ ਨੇ ਉਹ ਕੁਝ ਕੀਤਾ ਕਿ ਉਸ ਨੂੰ ਅਸੀਂ ਵਾਹਿਗੁਰੂ ਦੀ ਕਲਾ ਤੋਂ ਘੱਟ ਕੁਝ ਕਹਿ ਨਹੀਂ, ਕਰਾਮਾਤ ਤੋਂ ਘੱਟ ਨਹੀਂ ਕਹਿ ਸਕਦੇ। ਕਰਾਮਾਤਾਂ ਸਿੱਖ ਧਰਮ ਦੇ ਵਿੱਚ ਅਸੀਂ ਕਹਿ ਦਿੰਦੇ ਹਾਂ ਕਿ ਗੁਰੂ ਸਾਹਿਬ ਨੇ ਨਹੀਂ ਦਿਖਾਈਆਂ, ਪਰ ਸਿੱਖਾਂ ਨੇ ਜ਼ਰੂਰ, ਵਾਹਿਗੁਰੂ ਨੇ ਕਰਾਮਾਤ ਜ਼ਰੂਰ ਦਿਖਾਈ ਹੈ। ਵਾਹਿਗੁਰੂ ਨੇ ਸਿੱਖ ਦੇ ਵਿੱਚ ਪ੍ਰਵੇਸ਼ ਕਰਕੇ ਕਰਾਮਾਤ ਦਿਖਾਈ ਹੈ। ਇਹ ਕਰਾਮਾਤਾਂ ਅਸੀਂ ਦੇਖੀਆਂ ਨੇ, ਆਪਣੀਆਂ ਅੱਖਾਂ ਨਾਲ ਦੇਖੀਆਂ ਨੇ। ਅੱਜ ਕੱਲ੍ਹ ਦਾ ਇਤਿਹਾਸ ਆ, 31 ਅਕਤੂਬਰ 1984 ਨੂੰ ਕੌਣ ਭੁੱਲਿਆ। ਸੋ ਇਸ ਤਰੀਕੇ ਨਾਲ ਇਹ ਜੱਗ ਦੀ ਜਿਹੜੀ ਰਚਨਾ ਦੇ ਵਿੱਚ ਕਲਾ ਆਪ ਵਰਤਾਂਦਾ ਮਹਾਰਾਜ। ਹੁਣ ਉਹਨੇ ਜਿਹੜਾ ਤੁਹਾਡਾ ਦੁਸ਼ਮਣ ਹੈ ਜਾਂ ਉਹਨੇ ਸਿਸਟਮ ਹੈ ਜਿਹੜਾ, ਉਹਨੇ ਦੋ ਘਟਨਾਵਾਂ ਭਾਰਤ ਦੇ ਇਤਿਹਾਸ ਤੇ ਇਹੋ ਜਿਹੀਆਂ ਹੋਈਆਂ ਨੇ। ਜੂਨ 1984 ਅਕਾਲ ਤਖਤ ਸਾਹਿਬ ਢਾਇਆ ਗਿਆ ਤੇ ਦਸੰਬਰ 1991 ਬਾਬਰੀ ਮਸਜਿਦ ਢਾਈ ਗਈ। ਉਹਨਾਂ ਨੇ ਇਹ ਵੀ ਪੈਰਾਮੀਟਰ ਸਥਾਪਿਤ ਕੀਤਾ, ਇੱਕ ਸਾਈਨ ਬੋਰਡ ਲਾਇਆ ਕਿ ਜੇ ਤੁਸੀਂ ਭਾਰਤ ਦੇ ਵਿੱਚ ਰਹਿਣਾ ਤੇ ਤੁਸੀਂ ਬੰਦੇ ਬਣ ਕੇ ਰਹੋਗੇ, ਸਾਡੇ ਅਧੀਨ ਚੱਲੋਗੇ, ਸਾਡੀ ਅਧੀਨਤਾ ਸਵੀਕਾਰ ਕਰਨੀ ਪਊਗੀ, ਫਿਰ ਤੁਸੀਂ ਜਿਉਂਦੇ ਰਹਿ ਸਕੋਗੇ। ਅਦਰਵਾਈਜ਼ ਤੁਹਾਡੇ ਨਾਲ ਇਹ ਸਲੂਕ ਕੀਤਾ ਜਾਊਗਾ, ਇਸ ਤਰ੍ਹਾਂ ਕੀਤਾ ਜਾਊਗਾ। ਉਹ ਸਾਡੇ ਮਨਾਂ ਦੇ ਵਿੱਚ ਚਿਰ ਤੱਕ, ਸਾਡੇ ਮਨਾਂ ਦੇ ਵਿੱਚ ਉਹ ਬੈਠਿਆ ਹੋਇਆ। ਜਦੋਂ ਕੋਈ ਵੀ ਗੱਲ ਹੁੰਦੀ ਹੈ, ਸਾਡੇ ਵਿੱਚੋਂ ਹੀ, ਸਾਡੇ ਪਰਿਵਾਰਾਂ ਦੇ ਵਿੱਚੋਂ ਹੀ, ਸਾਡੇ ਬਜ਼ੁਰਗ ਹੀ ਜਾਂ ਸਾਡੀਆਂ ਕਮੇਟੀਆਂ ਦੇ ਜਿਹੜੇ ਮੈਂਬਰ ਹੁੰਦੇ ਨੇ, ਉਹ ਹੀ ਕਹਿੰਦੇ ਨਹੀਂ ਇਹ ਗੱਲ ਨਹੀਂ ਕਰਨੀ ਯਾਰ, ਤੁਸੀਂ 1984 ਨੂੰ ਭੁੱਲ ਗਏ, ਤੁਸੀਂ ਕਿਉਂ 1984 ਦੁਬਾਰਾ ਕਰਾਉਣਾ ਚਾਹੁੰਦੇ ਹੋ। ਫਿਰ ਬੋਲੀ ਕਿਹੜੀ ਹੋ ਗਈ? ਸਿਸਟਮ ਤਾਂ ਉਹ ਬੋਲੀ ਦੇ ਰਿਹਾ, ਸਿਸਟਮ ਕਹਿ ਰਿਹਾ ਕਿ ਇਹ ਤਾਂ ਮੈਂ ਸਾਈਨ ਬੋਰਡ ਲਾਇਆ, ਉਹ ਕੰਮ ਕਰ ਰਿਹਾ, ਉਹਦਾ ਸਾਈਨ ਬੋਰਡ ਲਾਇਆ ਹੋਇਆ। ਕਿਸੇ ਕਮੇਟੀ ਦੇ ਪ੍ਰਧਾਨ ਦੇ ਰਾਹੀਂ, ਕਿਸੇ ਕਮੇਟੀ ਦੇ ਮੈਂਬਰ ਰਾਹੀਂ, ਕਿਸੇ ਸਾਡੇ ਆਪਣੇ ਪਰਿਵਾਰ ਦੇ ਵਿੱਚੋਂ ਬਜ਼ੁਰਗ ਦੇ ਰਾਹੀਂ ਉਹ ਸਾਈਨ ਬੋਰਡ ਪੜ੍ਹ ਕੇ ਸਾਨੂੰ ਸੁਣਾ ਰਿਹਾ, ਨਹੀਂ ਏਦਾਂ ਨਾ ਬੋਲੋ, ਇਹ 84 ਫੇਰ ਵਾਪਰ ਜਾਏਗਾ। ਉਹ ਡਰਾ ਰਿਹਾ ਸਾਨੂੰ। ਬਾਕੀ ਘੱਟ ਗਿਣਤੀਆਂ ਦੇ ਵਿੱਚ ਵੀ ਉਹ ਸਾਈਨ ਬੋਰਡ ਲਾਏ ਹੋਏ ਨੇ ਉਹਨਾਂ ਨੇ ਵੱਖ-ਵੱਖ ਤਰੀਕੇ ਦੇ। ਉਹ ਸਾਈਨ ਬੋਰਡ ਰੋਜ਼ ਰੱਟਦੇ ਨੇ, ਰੋਜ਼ ਕਹਿੰਦੇ ਨੇ, ਦੇਖਦੇ ਨੇ। ਦੀਪ ਸਿੱਧੂ ਨੇ ਇੱਕ ਨਵੀਂ ਗੱਲ ਕੀਤੀ, ਉਹ ਕਹਿੰਦਾ ਪੱਟ ਕੇ ਮਾਰੋ ਪਰੇ ਸਾਈਨ ਬੋਰਡ। ਇਹ ਕਹਿੰਦਾ ਹੁਣ ਅਸੀਂ ਇਹਨਾਂ ਨੂੰ ਖੂਨ 'ਚ, ਆਪਣੇ ਖੂਨ 'ਚ ਨਾਲ ਲੈ ਕੇ ਥੋੜੀ ਚੱਲਾਂਗੇ ਇਹਨਾਂ ਸਾਈਨ ਬੋਰਡਾਂ ਨੂੰ। ਸਾਨੂੰ ਆਪਣੀ ਗੱਲ ਜੋ ਆਪਣੇ ਢਿੱਡ ਦੇ ਵਿੱਚ ਹੈ, ਕੁਦਰਤੀ ਵਾਹਿਗੁਰੂ ਦੇ ਹੁਕਮ ਦੇ ਮੁਤਾਬਕ ਜੋ ਸਾਡੇ ਮਨ ਦੇ ਵਿੱਚ ਫੁਰਨੇ ਆਉਂਦੇ ਨੇ, ਉਹ ਪਰਿਵਾਰ ਦੇ ਵਿੱਚ ਸਾਂਝੇ ਕਰਨੇ ਚਾਹੀਦੇ ਨੇ, ਗੱਲਾਂ ਕਰਨੀਆਂ ਚਾਹੀਦੀਆਂ ਨੇ ਸਾਨੂੰ। ਇਹ ਸਾਡਾ ਪਰਿਵਾਰ ਹੈ, ਸਾਡਾ ਘਰ ਹੈ, ਇਹ ਸਾਡਾ ਪੂਜਾ ਦਾ ਸਥਾਨ ਥੋੜੀ ਹੈ, ਸਾਡਾ ਕੋਈ ਬੰਕਟ ਹਾਲ ਥੋੜੀ ਹੈ ਵੀ ਅਸੀਂ ਇੱਥੇ ਸਿਰਫ ਲੰਗਰ ਹੀ ਖਾਣ ਆਉਂਦੇ ਹਾਂ। ਇਹ ਸਾਡਾ ਸਥਾਨ ਹੈ, ਸਾਡਾ ਉਹ ਸਥਾਨ ਹੈ ਜਿੱਥੇ ਅਸੀਂ ਕਿਸੇ ਵੀ ਗਰੀਬ ਤੇ ਮਜ਼ਲੂਮ ਦੀ ਰੱਖਿਆ ਕਰਨ ਦੇ ਲਈ ਵਿਚਾਰਾਂ ਸਾਂਝੀਆਂ ਕਰ ਸਕਦੇ ਹਾਂ, ਆਪਣੇ ਰਾਜ ਭਾਗ ਦੀ ਗੱਲ ਕਰ ਸਕਦੇ ਹਾਂ, ਆਪਣੇ ਘਰ ਪ੍ਰਬੰਧ ਨੂੰ ਚਲਾਉਣ ਦੀ ਗੱਲ ਕਰ ਸਕਦੇ ਹਾਂ, ਆਪਣੇ ਪਰਿਵਾਰ ਦੇ ਮਸਲਿਆਂ ਨੂੰ ਇੱਥੇ ਹੱਲ ਕਰ ਸਕਦੇ ਹਾਂ। ਇਹ ਸਾਡਾ ਸਥਾਨ ਹੈ, ਸਾਡਾ ਘਰ ਹੈ। ਸੋ ਉਸ ਚੀਜ਼ ਨੂੰ ਉਹਨੇ ਤੋੜਿਆ, ਉਹਨੇ ਸਾਈਨ ਬੋਰਡ ਪੱਟ ਕੇ ਕਹਿੰਦਾ ਸਾਨੂੰ ਗੱਲ ਕਰਨੀ ਚਾਹੀਦੀ ਹੈ। ਕਲਾਕਾਰ ਠੀਕ ਹੈ, ਜਿਹੜੇ ਗੀਤਕਾਰ ਜਾਂ ਗਾਇਕ ਨੇ ਸਿਰਫ ਗਾਣਿਆਂ ਤੱਕ, ਗੀਤਾਂ ਤੱਕ ਹੀ ਸੀਮਤ ਹੋ ਸਕਦੇ ਨੇ, ਉਸ ਤੋਂ ਵੱਧ ਉਸ ਨੂੰ ਅਮਲੀ ਰੂਪ ਦੇ ਵਿੱਚ ਨਹੀਂ ਨਿਭਾ ਸਕਦੇ। ਉਸਨੇ ਇਹ ਸਾਬਤ ਕੀਤਾ ਕਿ ਤੁਸੀਂ ਕਲਾਕਾਰ ਹੋ, ਮੈਂ ਉਸ ਕਲਾਕਾਰੀ ਦੇ ਵਿੱਚੋਂ ਨਿਕਲ ਕੇ ਪੰਜਾਬ ਦੀ ਮਿੱਟੀ ਦੇ ਵਿੱਚ ਘੁਲਿਆ। ਮੇਰੀ ਉਹ ਕਲਾਕਾਰੀ ਹੈ, ਮੇਰੀ ਕਲਾਕਾਰੀ ਜਿਹੜੀ ਹੈ ਉਹ ਕਲਾਕਾਰੀ ਵਾਹਿਗੁਰੂ ਦੀ ਕਲਾ ਵਾਲੀ ਕਾਰੀ ਹੈ। ਉਹਦੀ ਉਹ ਕਲਾਕਾਰੀ ਕਰ ਗਿਆ। ਉਹਨੇ ਉਹ ਸਾਈਨ ਬੋਰਡ ਪੱਟ ਕੇ ਕਿਹਾ ਕਿ ਨਹੀਂ, ਸਾਨੂੰ ਗੱਲ ਕਰਨੀ ਪਏਗੀ, ਸਰਨਾ ਨਹੀਂ। ਹੁਣ ਜਦੋਂ ਉਹਨੇ ਸਿੱਖਾਂ ਦੀ ਜਿਹੜੀ ਪ੍ਰਭੂਸੱਤਾ ਸੰਪੂਰਨ ਹੋਣ ਦੀ ਗੱਲ ਕੀਤੀ, ਜਦੋਂ ਉਹਨੇ ਸੂਬਿਆਂ ਦੇ ਵੱਧ ਅਧਿਕਾਰ ਦੀ ਗੱਲ ਕੀਤੀ, ਜਦੋਂ ਉਹਨੇ ਖੁਦ ਮੁਖਤਿਆਰੀ ਦੀ ਗੱਲ ਕੀਤੀ, ਹੌਲੀ ਹੌਲੀ ਸਭ ਪਾਸਾ ਵੱਟਣ ਲੱਗ ਪਏ। ਕਿਉਂ? ਬਾਕੀਆਂ ਕੋਲ ਤਾਂ ਸਾਈਨ ਬੋਰਡ ਫੜੇ ਹੋਏ ਸੀ ਨਾ। ਇਹ ਸਾਈਨ ਬੋਰਡ ਜ਼ਰੂਰੀ ਨਹੀਂ, ਸਾਡੇ ਦਿਮਾਗ 'ਚ ਦੇਤਾ ਉਹਨੇ, ਸਿਸਟਮ ਨੇ।
ਉਹ ਸਾਈਨ ਬੋਰਡ ਸਾਰਿਆਂ ਦੇ ਦਿਮਾਗ 'ਚ ਆ ਸਾਡੇ, ਬਾਕੀਆਂ ਕੋਲ ਤਾਂ ਸੀ ਨਾ, ਸਾਈਨ ਬੋਰਡ ਤਾਂ ਉਹਨੇ ਹੀ ਪੱਟੇ ਸੀ ਆਪਣੇ ਦਿਮਾਗ 'ਚੋਂ। ਸੋ ਉਹ ਨਹੀਂ ਉਸ ਤਰੀਕੇ ਨਾਲ ਗੱਲ ਕਰ ਸਕੇ, ਉਹ ਨਹੀਂ ਨਿਭਾ ਸਕੇ। ਹੌਲੀ ਹੌਲੀ ਉਹਨੂੰ ਸਾਰੇ ਛੱਡ ਗਏ। ਕਿਉਂਕਿ ਖਤਰਾ ਸੀ। ਉਹਨੇ ਕਿਹਾ ਹੋਇਆ ਸੀਗਾ, ਉਹ ਸਾਈਨ ਬੋਰਡ ਤੇ ਇਹ ਵੀ ਲਿਖਿਆ ਹੋਇਆ ਕਿ ਤੇਰੀ ਧੀ ਭੈਣ ਨੂੰ ਥਾਣੇ ਵਿੱਚ ਲਿਜਾ ਕੇ ਜਲੀਲ ਕੀਤਾ ਜਾਵੇਗਾ, ਤੇਰੇ ਤੇ ਤਸ਼ੱਦਦ ਕੀਤਾ ਜਾਵੇਗਾ, ਤੈਨੂੰ ਚੌਰਾਹੇ ਦੇ ਵਿੱਚ ਬਦਨਾਮ ਕਰਕੇ ਟੰਗ ਦਿੱਤਾ ਜਾਵੇਗਾ, ਜਿੱਥੇ ਦੁਨੀਆ ਤੈਨੂੰ ਇੱਟਾਂ ਮਾਰੇਗੀ, ਜੁੱਤੇ ਮਾਰੇਗੀ, ਬਦਨਾਮ ਕਰੇਗੀ। ਉਹ ਸਾਈਨ ਬੋਰਡ ਤੇ ਲਿਖਿਆ ਹੋਇਆ। ਅਸੀਂ ਉਹ ਖੁਦ ਉਹ ਸਾਈਨ ਬੋਰਡ ਡੂੰਘੇ ਜਿਹੜੇ ਨੇ ਗੱਡੇ ਹੋਏ ਨੇ ਆਪਣੇ ਦਿਮਾਗਾਂ ਦੇ ਵਿੱਚ। ਇਹ ਸਾਈਨ ਬੋਰਡ ਪੱਟਿਆ ਜੇ ਤਾਂ ਦੀਪ ਸਿੱਧੂ ਨੇ ਪੱਟਿਆ। ਉਹਨੇ ਦੱਸਿਆ ਕਿ ਗੱਲ ਕਰਨੀ ਪਏਗੀ, ਇਹ ਕੋਈ ਛੋਟੀ ਗੱਲ ਨਹੀਂ ਹੈ। ਸੋ ਨਿਰਸੰਦੇਹ ਜੇ ਉਹਨਾਂ ਨੇ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਨੂੰ ਸ਼ਹੀਦ ਕੀਤਾ, ਖਤਮ ਕੀਤਾ, ਸਿਰਫ ਐਸੇ ਗੱਲ ਕਰਕੇ ਕਿ ਉਹ ਸਿੱਖਾਂ ਨੂੰ ਜਗਾ ਰਿਹਾ, ਉਹਨਾਂ ਨੂੰ ਦੱਸ ਰਿਹਾ ਕਿ ਤੁਸੀਂ ਤਾਂ ਗੁਲਾਮ ਹੋ, ਤੇ ਮੈਨੂੰ ਹੈਰਾਨੀ ਹੁੰਦੀ ਹੈ ਇਹੋ ਹੀ ਗੱਲ ਦੀਪ ਸਿੱਧੂ ਸਾਬਤ ਕਰਕੇ ਗਿਆ। ਉਹ ਆਪਣਾ ਇੱਕ ਵੱਖਰਾ ਇੱਕ ਮਾਪਦੰਡ ਤੈਅ ਕਰ ਗਿਆ ਜਾਂਦੇ ਹੋਏ। ਉਹ ਤੁਸੀਂ ਸਾਰੇ ਵੱਖ-ਵੱਖ ਵਿਚਾਰਾਂ ਦੇ ਧਾਰਨੀ ਹੋ ਇਸ ਵੇਲੇ ਬੈਠੇ ਹੋਏ ਇਸ ਹਾਲ ਦੇ ਵਿੱਚ। ਕਿਸੇ ਦੇ ਵਿਚਾਰ ਕਿਸ ਪਾਰਟੀ ਨਾਲ ਨੇ, ਕਿਸੇ ਦੇ ਵਿਚਾਰ ਕਿਸੇ ਬੰਦੇ ਨਾਲ ਨੇ, ਕਿਸੇ ਦੇ ਵਿਚਾਰ ਕਿਸੇ ਪ੍ਰਚਾਰਕ ਨਾਲ ਸਾਂਝੇ ਨੇ। ਉਹ ਮਿੱਟੀ ਪਾ ਗਿਆ ਸਾਰਿਆਂ ਦੇ। ਜੇ ਤੁਸੀਂ ਉਹਦੀਆਂ ਸਪੀਚਾਂ ਸੁਣੋਗੇ, ਉਹਦੇ ਵਿਚਾਰ ਸੁਣੋਗੇ, ਉਹਦੀਆਂ ਵੀਡੀਓ ਦੇਖੋਗੇ, ਤੁਸੀਂ ਉਹ ਨਹੀਂ ਰਹੋਗੇ ਜੋ ਸੁਣਨ ਤੋਂ ਪਹਿਲਾਂ ਹੋਵੋਗੇ। ਉਹ ਪਾਣੀ ਦੀ ਬਾਲਟੀ ਆ, ਸਰਫ ਪਾ ਕੇ ਚੰਗੀ ਤਰ੍ਹਾਂ ਪੋਚਾ ਮਾਰ ਦਿੰਦਾ। ਇਹ ਉਹਦੀ ਕਾਬਲੀਅਤ ਸੀ। ਸੋ ਤੁਸੀਂ ਬਦਲ ਜਾਵੋਗੇ। ਇਹ ਆਪਣੇ ਆਪ ਦੇ ਵਿੱਚ ਇੱਕ ਵੱਡਾ ਕਾਰਜ ਹੈ ਜਿਹੜਾ ਉਹ ਕਰ ਗਿਆ। ਜੇ ਤੁਸੀਂ ਆਪਣੇ ਵਿਚਾਰਾਂ ਦੀ ਗੱਲ ਸਮੂਹਿਕ ਰੂਪ ਦੇ ਵਿੱਚ ਕਰਨ ਤੋਂ ਗੁਰੇਜ਼ ਕਰਦੇ ਹੋ, ਜੇ ਤੁਸੀਂ ਆਪਣੇ ਆਲੇ ਦੁਆਲੇ ਜਾਂ ਆਪਣੇ ਪਰਿਵਾਰ ਦੇ ਵਿੱਚ ਘਰ ਦੇ ਵਿੱਚ ਬੈਠ ਕੇ ਤੁਸੀਂ ਆਪਣੇ ਅੰਦਰ ਜੋ ਬੀਜ ਤੁਹਾਡੇ ਦੱਬਿਆ ਹੋਇਆ ਚਿਰਾਂ ਤੋਂ, ਜੇ ਉਸ ਨੂੰ ਤੁਸੀਂ ਖੋਲ ਨਹੀਂ ਰਹੇ ਨਾ, ਤਾਂ ਉਹਦੇ ਲਈ ਉਹਨੇ ਇੱਕ ਮਾਪਦੰਡ ਤੈਅ ਕਰਤਾ ਹੁਣ ਨਵਾਂ। ਉਹ ਕਹਿੰਦਾ ਜੇ ਹੁਣ ਨਹੀਂ ਤਾਂ ਕਦੋਂ। ਗੁਰਦੁਆਰਾ ਕਮੇਟੀਆਂ, ਗੁਰਦੁਆਰਿਆਂ ਦੇ ਮੈਂਬਰ, ਇੱਥੇ ਵਸਦੇ ਵੱਖ-ਵੱਖ ਸਾਡੇ ਭਾਈਚਾਰੇ ਦੇ ਲੋਕ, ਉਹ ਤਾਂ ਆਜ਼ਾਦ ਨੇ, ਉਹਨਾਂ ਤੇ ਤਾਂ ਉਹ ਕਾਨੂੰਨ ਲਾਗੂ ਨਹੀਂ ਹੁੰਦਾ। ਉਹ ਵੀ ਨਹੀਂ ਗੱਲ ਕਰਦੇ। ਕਿਉਂ ਨਹੀਂ ਗੱਲ ਕਰਦੇ? ਉਹ ਇਸੇ ਕਰਕੇ ਉਹਨਾਂ ਨੇ ਜਰਾ ਕੁ ਵੱਡੇ ਸਾਈਨ ਬੋਰਡ ਲਾਏ ਹੋਏ ਨੇ ਆਪਣੇ ਦਿਮਾਗਾਂ ਦੇ ਵਿੱਚ। ਇਹ ਪੱਟਣੇ ਪੈਣੇ। ਉਹਨਾਂ ਨੂੰ ਜ਼ਿਆਦਾ ਖਤਰਾ ਮਹਿਸੂਸ ਹੁੰਦਾ। ਉਹ ਵੀ ਕਹਿੰਦੇ ਨੇ ਵੀ ਨਹੀਂ ਸਮਾਂ ਨਹੀਂ ਹੈਗਾ, ਅਸੀਂ ਇਹ ਗੱਲ ਨਹੀਂ ਕਰ ਸਕਦੇ, ਤੁਸੀਂ ਇਹ ਗੱਲ ਨਾ ਕਰੋ, ਸਟੇਜ ਤੋਂ ਇਹ ਗੱਲ ਨਾ ਬੋਲੋ, ਕੀ ਲੈਣਾ ਜੀ, ਕੰਮ ਕਰ ਚਲਾਓ ਆਪਣਾ। ਉਹਨਾਂ ਦੇ ਕਹਿਣ ਦਾ ਮਤਲਬ ਇਹੀ ਹੁੰਦਾ ਕਿ ਅਸੀਂ ਗੁਰੂ ਤੋਂ ਕੀ ਲੈਣਾ। ਗੱਲ ਤਾਂ ਮੈਂ ਗੁਰੂ ਦੀ ਕਰ ਰਿਹਾ ਨਾ, ਗੱਲ ਤਾਂ ਗੁਰੂ ਗ੍ਰੰਥ ਸਾਹਿਬ ਦੀ ਕੀਤੀ ਹੈ, ਗੱਲ ਤਾਂ ਆਪਣੀ ਮਿੱਟੀ ਦੀ ਕੀਤੀ ਹੈ, ਆਪਣੇ ਬੱਚਿਆਂ ਦੀ ਕੀਤੀ ਹੈ, ਆਪਣੇ ਆਉਣ ਵਾਲੀਆਂ ਪੀੜ੍ਹੀਆਂ ਦੀ ਕੀਤੀ ਹੈ। ਸ਼ਬਦ ਨੇ ਸਿੱਧਾ ਦੱਸ ਰਿਹਾ, ਮੈਂ ਸੰਕੇਤ ਨਹੀਂ ਕਰ ਰਿਹਾ, ਉਂਗਲ ਰੱਖ ਰਿਹਾ। ਉਹ ਉਂਗਲ ਰੱਖ ਕੇ ਗਿਆ ਕਿ ਕੌਣ ਜ਼ਿੰਮੇਵਾਰ ਹੈ, ਤੁਹਾਡਾ ਦੁਸ਼ਮਣ ਕੌਣ ਹੈ, ਤੇ ਉਸ ਦੁਸ਼ਮਣ ਤੋਂ ਤੁਸੀਂ ਖਹਿੜਾ ਕਿਵੇਂ ਛਡਾਉਣਾ। ਗੱਲ ਤਾਂ ਕਰਨੀ ਪਏਗੀ। ਹਥਿਆਰ ਨਹੀਂ ਚੱਕਣ ਦੀ ਗੱਲ ਕੀਤੀ। ਜੇ ਹਥਿਆਰ ਚੱਕਣ ਦੀ ਗੱਲ ਕਰ ਦਿੱਤੀ ਹੁੰਦੀ ਤਾਂ ਦੇਖੋ ਉਹਦਾ ਕਿੰਨਾ ਬੁਰਾ ਕਰਨਾ ਸੀ ਉਸ ਮੀਡੀਆ ਨੇ, ਉਹਨਾਂ ਲੋਕਾਂ ਨੇ ਜਿਹੜੇ ਦੁਸ਼ਮਣ ਦੇ ਲੋਕ ਨੇ, ਤਾਂ ਕਿੰਨਾ ਬੁਰਾ ਹਾਲ ਕਰਨਾ ਸੀ। ਅੱਜ ਅਸੀਂ ਦੇਖਦੇ ਹਾਂ ਕਿ ਕਿਹੜਾ ਬੱਚਾ ਜਿਹਦੀ ਅੱਖ ਰੋਈ ਨਹੀਂ, ਕਿਹੜਾ ਬੰਦਾ ਜਿਹਦੀ ਅੱਖ ਰੋਈ ਨਹੀਂ। ਹਾਂ ਠੀਕ ਆ, ਜਿਹਨੇ ਉਹਨੂੰ ਨਹੀਂ ਸੁਣਿਆ, ਮੈਂ ਸ਼ਰਤ ਲਾ ਕੇ ਕਹਿ ਸਕਦਾ ਉਹਨੂੰ ਕੋਈ ਫਰਕ ਨਹੀਂ ਪਿਆ ਹੋਣਾ। ਜਿਹਨੇ ਉਹਦਾ ਕੋਈ ਅੱਖਰ ਨਹੀਂ ਸੁਣਿਆ ਜਾਂ ਜਿਹਨੇ ਉਹਦਾ ਕੋਈ ਬੋਲ ਨਹੀਂ ਸੁਣਿਆ, ਨਹੀਂ ਪੈਂਦਾ ਫਰਕ, ਕਿਉਂ ਪਤਾ ਨਹੀਂ ਨਾ। ਡੱਬਾ ਖੋਲੋਗੇ, ਦੇਖੋਗੇ, ਉਹ ਚੋਂ ਪ੍ਰੋਡਕਟ ਨਿਕਲੂਗਾ, ਫਿਰ ਤੁਸੀਂ ਤੈਅ ਕਰੋਗੇ ਨਾ ਕਿ ਕਿਵੇਂ ਹੈ, ਠੀਕ ਆ ਜਾਂ ਨਹੀਂ ਹੈ। ਉਹਨੂੰ ਤੁਸੀਂ ਵਰਤੋਗੇ, ਦੇਖੋਗੇ ਕਿ ਜਿਹੜੀ ਇਹ ਗੱਲ ਕਰ ਰਿਹਾ, ਇਹ ਪਿੱਛੇ ਜਿਹੜੇ ਸਾਡੇ ਲੀਡਰ ਹੋਏ ਨੇ, ਕਿ ਉਹਨਾਂ ਨੇ ਤਾਂ ਨਹੀਂ ਕੀਤੀ ਹੋਈ, ਜਾਂ ਉਹਨਾਂ ਨੇ ਕਿਸ ਢੰਗ ਨਾਲ ਕੀਤੀ ਹੈ, ਉਹਨਾਂ ਨੇ ਸਾਨੂੰ ਇਹ ਗੱਲ ਦੱਸੀ ਹੈ।
ਸੋ ਇਹ ਪਰਖ ਹੋ ਜਾਂਦੀ ਹੈ, ਫਿਰ ਤੁਸੀਂ ਪਰਖਦੇ ਹੋ। ਤੇ ਅਸੀਂ ਪਰਖਦੇ ਹਾਂ, ਅਸੀਂ ਇਸ ਤਰੀਕੇ ਨਾਲ ਪਰਖਦੇ ਹਾਂ। ਬੜੇ ਜਿਵੇਂ ਨਾ ਕਿਸੇ ਪ੍ਰਯੋਗਸ਼ਾਲਾ ਦੇ ਵਿੱਚ ਉਸ ਪ੍ਰਯੋਗਸ਼ਾਲਾ ਦੇ ਡਾਇਰੈਕਟਰ ਹੁੰਦੇ ਆ। ਸਾਨੂੰ ਤਾਂ ਇਹ ਤਾਂ ਪਤਾ ਨਹੀਂ ਹੁੰਦਾ ਸਾਡੇ ਘਰ ਦੇ ਵਿੱਚ ਕੀ ਚੱਲ ਰਿਹਾ, ਸਾਡਾ ਬੱਚਾ ਕਿੱਥੇ ਜਾ ਰਿਹਾ ਕਿੱਥੇ ਨਹੀਂ ਜਾ ਰਿਹਾ। ਪਰ ਜਦੋਂ ਅਸੀਂ ਇਸ ਤਰੀਕੇ ਨਾਲ ਕਿਸੇ ਵਿਅਕਤੀ ਦੇ ਉੱਤੇ, ਆਮ ਬੰਦੇ ਦੇ ਉੱਤੇ, ਖਾਸ ਬੰਦੇ ਦੇ ਉੱਤੇ ਜਦੋਂ ਅਸੀਂ ਕੋਈ ਟਿੱਪਣੀ ਕਰਨੀ ਹੁੰਦੀ ਹੈ ਨਾ, ਫਿਰ ਅਸੀਂ ਕਹਿ ਦਿੰਦੇ ਹਾਂ, ਫਿਰ ਅਸੀਂ ਪ੍ਰਯੋਗਸ਼ਾਲਾ ਦੇ ਡਾਇਰੈਕਟਰ ਬਣ ਜਾਂਦੇ ਹਾਂ ਵੀ ਅਸੀਂ ਪਰਖ ਕੀਤੀ ਆ, ਅਸੀਂ ਤਾਂ ਵੱਡੇ ਹਾਂ। ਉਹ ਕਹਿੰਦੇ ਨੇ ਕੰਨ ਦਾ ਸਵਾਦ ਲੈਣ ਲਈ ਦੂਜੇ ਨੂੰ ਪੁੱਛਦੇ ਨੇ, ਯਾਰ ਦੀਪ ਸਿੱਧੂ ਕਿਵੇਂ ਦਾ ਬੰਦਾ, ਯਾਰ ਚਲ ਠੀਕ ਹੈ, ਝੰਡਾ ਚੜਾਉਣ ਬਾਰੇ ਕੀ ਗੱਲ ਹੋਈ, ਇਹ ਕਿਵੇਂ ਲੱਗੀ ਤੁਹਾਨੂੰ ਗੱਲ? ਇੱਕ ਛੋਟੀ ਜਿਹੀ ਮਿਸਾਲ ਹੈ, ਛੋਟੀ ਜਿਹੀ ਗੱਲ ਹੈ, ਉਹ ਬਲਾਤਕਾਰੀ ਸਾਧ ਹੈ। ਸਾਰਿਆਂ ਨੂੰ ਪਤਾ ਬਲਾਤਕਾਰ ਕੀਤਾ ਉਹਨੇ, ਕਰਦਾ ਸੀ, ਸਾਰਿਆਂ ਨੂੰ ਪਤਾ। ਉਹਨੂੰ 20 ਸਾਲ ਦੀ ਸਜ਼ਾ ਵੀ ਹੋਈ ਹੈ, ਬਕਾਇਦਾ ਅਦਾਲਤ ਵੱਲੋਂ ਦੋਸ਼ੀ ਠਹਿਰਾਇਆ ਜਾ ਚੁੱਕਾ ਹੈ, ਸਾਰਿਆਂ ਨੂੰ ਪਤਾ। ਪਰ ਇੱਕ ਗੱਲ ਦੱਸਾਂ ਖਾਸ ਉਹਦੇ ਚੇਲਿਆਂ ਦੀ, ਪ੍ਰੇਮੀਆਂ ਦੀ, ਉਹ ਸੰਗਤ ਜੀ ਉਹਦੇ ਪ੍ਰੇਮੀ ਹੁਣ ਵੀ ਉਹਨੂੰ ਪਿਤਾ ਜੀ ਕਹਿੰਦੇ ਨੇ। ਇੰਨਾ ਉਹਨਾਂ ਦਾ ਅਟੁੱਟ ਵਿਸ਼ਵਾਸ ਹੈ ਉਹਨਾਂ ਤੇ। ਉਹ ਕਹਿੰਦੇ ਨੇ ਅਦਾਲਤ ਝੂਠ ਬੋਲ ਰਹੀ ਹੈ, ਕਾਨੂੰਨ ਝੂਠ ਬੋਲ ਰਿਹਾ ਹੈ, ਸਿੱਖ ਜਿਹੜੇ ਜਾਂ ਅਸੀਂ ਲੋਕ ਗੱਲਾਂ ਕਰ ਰਹੇ ਹਾਂ ਉਹਦੇ ਬਾਰੇ ਝੂਠੇ ਨੇ। ਇਹ ਤਾਂ ਪਿਤਾ ਜੀ ਤਾਂ ਸਾਡੇ ਮਤਲਬ ਰੱਬ ਹੀ ਨੇ ਬਸ। ਤੇ ਅਸੀਂ ਆਪਣੇ ਬੰਦਿਆਂ ਬਾਰੇ ਕੀ ਕਰਦੇ ਹਾਂ? ਇਹ ਤਾਂ ਜੀ ਏਜੰਸੀਆਂ ਦਾ ਬੰਦਾ। ਅਸੀਂ ਪਤਾ ਨਹੀਂ ਕਿਹੜੀ ਪ੍ਰਯੋਗਸ਼ਾਲਾ 'ਚ ਟ੍ਰੇਨਿੰਗ ਲਈ ਹੈ, ਬੰਦੇ ਨੂੰ ਐਂ ਹੀ ਪਰਖ ਲੈਂਦੇ ਹਾਂ। ਇਹ ਤਾਂ ਏਜੰਸੀਆਂ ਦਾ ਬੰਦਾ। ਯਾਰ ਇੰਨੇ ਕਿਰਤ ਘਣ ਹੋ ਗਏ ਅਸੀਂ, ਜਿਹੜਾ ਸਾਡੀ ਗੱਲ ਕਰਦਾ ਅਸੀਂ ਉਹਨੂੰ ਏਜੰਸੀਆਂ ਦਾ ਬੰਦਾ ਕਹਿ ਦਿੰਦੇ ਹਾਂ। ਇਹਦੇ ਤੋਂ ਬਾਹਰ ਕੱਢ ਗਿਆ ਸਾਨੂੰ। ਉਹ ਤੈਅ ਕਰ ਗਿਆ ਇਹ ਗੱਲ ਵੀ ਕਿ ਸਬੂਤਾਂ ਤੋਂ ਬਿਨਾਂ ਕਿਸੇ ਨੂੰ ਏਜੰਸੀਆਂ ਦਾ ਬੰਦਾ ਨਾ ਕਹੋ, ਪਲਾਂਟਡ ਬੰਦਾ ਨਾ ਕਹੋ। ਉਹ ਲਿਖ ਗਿਆ ਕੰਧ ਤੇ ਸਾਡੇ ਲਈ, ਤੈਅ ਕਰ ਗਿਆ। ਬਹੁਤੇ ਬੰਦੇ ਨੇ ਜਿਹੜੇ ਉਹ ਮੈਨੂੰ ਲੱਗਦਾ ਵੀ ਹੁਣ ਉਹ ਸਮਝ ਗਏ ਨੇ, ਉਹਦੇ ਇਸ਼ਾਰਿਆਂ ਨੂੰ ਸਮਝ ਗਏ ਨੇ ਕਿ ਨਹੀਂ ਹੁਣ ਅਸੀਂ ਸਮਝ ਗਏ ਹਾਂ, ਹੁਣ ਸਾਨੂੰ ਪਤਾ ਲੱਗਿਆ ਵੀ ਯਾਰ ਦੇਰ ਹੋ ਗਈ, ਹੁਣ ਉਹ ਬੰਦਾ ਸਾਂਭਿਆ ਨਹੀਂ ਗਿਆ ਹੈਗਾ, ਸਾਂਭ ਨਹੀਂ ਸਕੇ ਅਸੀਂ ਉਸਨੂੰ। ਜਿਹੜੀ ਇਸ ਵੇਲੇ ਲਹਿਰ ਹੈ ਪੰਜਾਬ ਦੇ ਵਿੱਚ, ਇਸ ਵੇਲੇ ਜਿਹੜੀ ਲਹਿਰ ਆ ਅਸੀਂ ਦੇਖ ਰਹੇ ਹਾਂ, ਜਿਹੜੀ ਦੁਨੀਆ ਦੇ ਵਿੱਚ ਲਹਿਰ ਹੈ, ਪੂਰੇ ਸਿੱਖ ਜਗਤ ਦੇ ਵਿੱਚ ਲਹਿਰ ਹੈ, ਇਹ ਜਾਂ ਮੈਂ 1984 ਦੇ ਵਿੱਚ ਦੇਖੀ ਸੀ। ਆਪਾਂ ਨੂੰ ਸਾਰਿਆਂ ਨੂੰ ਯਾਦ ਹੋਏਗਾ, ਆਪਣੀਆਂ ਉਮਰਾਂ ਏਦਾਂ ਦੀਆਂ ਹੈ ਨੇ, ਜਿਹੜੇ ਵੱਡੇ ਨੇ ਮੇਰੇ ਭਾਈ ਉਹਨਾਂ ਨੂੰ ਪਤਾ ਕਿ ਅਸੀਂ 1984 ਦੇ ਵਿੱਚ ਇਹ ਲਹਿਰ ਦੇਖੀ ਸੀ, ਤੇ ਜਾਂ ਅਸੀਂ ਹੁਣ ਦੇਖ ਰਹੇ ਹਾਂ। ਫਰਕ ਇੰਨਾ ਕਿ ਉਦੋਂ ਸੋਸ਼ਲ ਮੀਡੀਆ ਹੁੰਦਾ ਨਹੀਂ ਸੀ, ਗੱਲ 15 ਦਿਨਾਂ ਬਾਅਦ ਪਤਾ ਲੱਗਦੀ ਸੀ, ਕੋਈ ਤੀਜੇ ਚੌਥੇ ਦਿਨ ਬਾਅਦ ਪਤਾ ਲੱਗਦੀ ਸੀ, ਜਾਂ ਸੰਤਾਂ ਦੀ ਕੋਈ ਟੇਪ ਆਉਂਦੀ ਸੀ ਮਹੀਨੇ ਬਾਅਦ ਹੀ ਪਹੁੰਚਦੀ ਸੀ ਸਾਡੇ ਕੋਲ। ਕਿਸੇ ਘਰ ਟੇਪ ਰਿਕਾਰਡਰ ਹੁੰਦਾ ਸੀਗਾ, ਉਹ ਇਕੱਠੇ ਜਿਹੇ ਹੋ ਕੇ ਉਹ ਟੇਪ ਸੁਣਦੇ ਹੁੰਦੇ ਸੀ, ਏਦਾਂ ਹੀ ਸੀ ਨਾ ਜੀ। ਹੁਣ ਤਾਂ ਸੋਸ਼ਲ ਮੀਡੀਆ ਤੁਹਾਡੇ ਸਾਰਿਆਂ ਦੇ ਹੱਥਾਂ 'ਚ, ਇਹ ਫਰਕ ਹੈ। ਹੁਣ ਵਿਚਾਰ ਨੇ ਜਿਹੜੇ ਸਾਡੇ ਕੋਲ ਜਲਦੀ ਪਹੁੰਚ ਜਾਂਦੇ ਨੇ। ਇਸ ਸੋਸ਼ਲ ਮੀਡੀਆ ਦੀ ਜਿਹੜੀ ਜ਼ਿੰਦਗੀ ਹੈ ਜਾਂ ਇਹ ਜਿਹੜਾ ਪਲੇਟਫਾਰਮ ਹੈ, ਇਹਦੇ ਉੱਤੇ ਚੱਲੀ ਹੋਈ ਤੁਸੀਂ ਕਿਸੇ ਗੱਲ ਨੂੰ ਤੋੜ ਨਹੀਂ ਸਕਦੇ। ਜਿਵੇਂ ਸਰਕਾਰਾਂ ਨੈਰੇਟਿਵ ਸਿਰਜਦੀਆਂ ਨੇ ਨਾ, ਬੰਦੇ ਖਰੀਦ ਕੇ, ਜਿਨ੍ਹਾਂ ਨੇ ਜਾਲੀ ਬਣਾ ਕੇ 6 ਲੱਖ 10 ਲੱਖ ਅਕਾਊਂਟ ਜਿਹੜੇ ਭਾਰਤ ਸਰਕਾਰ ਨੇ ਬਣਾਏ ਹੋਏ ਨੇ, ਉਹ ਨੈਰੇਟਿਵ ਸਿਰਜਦੀਆਂ ਨੇ। ਤੁਸੀਂ ਦੇਖਦੇ ਹੋ ਯਾਰ ਇੰਨੇ ਬੰਦਿਆਂ ਨੇ ਲਾਈਕ ਕੀਤਾ ਹੋਇਆ ਮੋਦੀ ਨੂੰ, ਤਾਂ ਤੁਹਾਨੂੰ ਲੱਗਦਾ ਯਾਰ ਵਾਕਈ ਇਹਦੀ ਲਹਿਰ ਹੈ। ਜਾਂ ਕੋਈ ਵਿਅਕਤੀ ਇਸ ਤਰੀਕੇ ਨਾਲ ਉਹ ਉਛਾਲਦੇ ਨੇ, ਜਿਹੜਾ ਕੋਈ ਸਿੱਖ ਪਰੰਪਰਾਵਾਂ ਦੀ, ਸਿੱਖ ਜੁੱਸੇ ਦੀ, ਜਾਂ ਸਿੱਖ ਦ੍ਰਿਸ਼ਟੀਕੋਣ ਆ ਜਿਹੜਾ ਉਹਦੀ ਵਿਰੋਧਤਾ ਕਰਦਾ, ਉਹਨੂੰ ਇਸ ਤਰੀਕੇ ਨਾਲ ਉਛਾਲ ਦਿੱਤਾ ਜਾਂਦਾ। ਅਸੀਂ ਦੇਖਿਆ ਨਾ, ਮੋਟੇ ਜਿਹੇ ਤੌਰ ਦੇ ਉੱਤੇ ਦੇਖ ਲਓ ਵੀ ਕਿੰਨੇ ਕਰੋੜ ਨੇ ਪੰਜਾਬੀ ਦੁਨੀਆ ਦੇ ਵਿੱਚ। 3 ਕਰੋੜ ਭਾਰਤ ਦਾ, 10 ਕਰੋੜ ਪਾਕਿਸਤਾਨ ਦਾ, 13 ਕਰੋੜ ਪੰਜਾਬੀ ਬੋਲਣ ਪੜ੍ਹਨ ਲਿਖਣ ਵਾਲੇ, 13 ਕਰੋੜ ਪੰਜਾਬੀ ਹੈ। ਤੇ ਜਦੋਂ ਮੂਸੇ ਵਾਲੇ ਦਾ ਕੋਈ ਗਾਣਾ ਹੁੰਦਾ ਜਿਹੜਾ ਸਿੱਖੀ ਦੇ ਖਿਲਾਫ ਹੁੰਦਾ, ਜਦੋਂ ਉਹਦੇ ਲਾਈਕ ਹੁੰਦੇ ਨੇ ਜਾਂ ਉਹਦੇ ਵਿਊ ਹੁੰਦੇ ਨੇ, ਉਹ 50 ਕਰੋੜ ਹੁੰਦੇ ਨੇ। ਤੁਸੀਂ ਕਦੇ ਸੋਚਿਆ ਨਹੀਂ ਵੀ ਇਹ ਇੰਨੇ ਵਿਊ ਕਿਵੇਂ ਹੋ ਗਏ? ਉਹ ਇਸ ਕਰਕੇ ਹੋ ਗਏ ਕਿਉਂਕਿ ਉਹ ਤੁਹਾਡੇ
ਦੁਸ਼ਮਣ ਦੀ ਜੋ ਗੱਲ ਆ ਉਹ ਕਰ ਰਿਹਾ ਹੈ। ਤੇ ਅੱਜ ਅਸੀਂ ਦੇਖਦੇ ਹਾਂ ਕਿ ਉਸ ਜਿਹੜਾ ਦ੍ਰਿਸ਼ਟੀਕੋਣ ਹੈ, ਦੀਪ ਸਿੱਧੂ ਨੇ ਉਸ ਦ੍ਰਿਸ਼ਟੀਕੋਣ ਨੂੰ ਚੇਂਜ ਕਰਕੇ ਰੱਖ ਦਿੱਤਾ। ਉਹ ਕਹਿੰਦਾ ਗੱਲ ਤਾਂ ਆਰਗੈਨਿਕ ਹੀ ਹੋਏਗੀ। ਹੁਣ ਅਸੀਂ ਦੇਖ ਰਹੇ ਹਾਂ ਕਿ ਕੋਈ ਏਜੰਸੀਆਂ ਨੇ ਥੋੜਾ ਪਾਉਣੀਆਂ ਨੇ ਉਹਦੀਆਂ ਫੋਟੋਆਂ, ਆਰਗੈਨਿਕ ਲੋਕ ਆਪ ਪਾ ਰਹੇ ਨੇ। ਉਹ ਜਿਹੜਾ ਗਾਇਕਾਂ ਨੂੰ ਉਤਸ਼ਾਹਿਤ ਕਰਨ ਵਾਲਾ, ਤੁਹਾਡੀਆਂ ਧੀਆਂ ਭੈਣਾਂ ਬਾਰੇ, ਸ਼ਰਾਬ ਬਾਰੇ ਜਾਂ ਹੋਰ ਇਦਾਂ ਦੀਆਂ ਪ੍ਰਵਿਰਤੀਆਂ ਤੁਹਾਡੇ ਪਰਿਵਾਰਾਂ ਦੇ ਵਿੱਚ ਲੈ ਕੇ ਆਉਣ ਬਾਰੇ ਜਿਹੜਾ ਪ੍ਰਚਾਰ ਉਹ ਆਪਣੇ ਗੀਤਾਂ ਰਾਹੀਂ ਕਰਕੇ ਉਹਨੂੰ ਸਿਸਟਮ ਉਭਾਰਦਾ ਸੀ। ਚਾਈਨਾ ਦੇ ਵਿੱਚ ਸੈਟਅਪ ਲੱਗਿਆ ਹੋਇਆ, ਉਹ ਕਦੇ ਸਮਾਂ ਹੋਇਆ ਫੇਰ ਗੱਲ ਕਰਾਂਗੇ ਕਿਵੇਂ ਉਭਾਰਦੇ ਨੇ ਉਹ। ਤਾਂ ਉਹਦੀ ਥਾਂ ਦੇ ਉੱਤੇ ਉਸ ਨੂੰ ਤੋੜ ਕੇ ਤੁਹਾਡੇ ਦਿਲ ਦੀ ਗੱਲ ਜਿਹੜੀ ਕੀਤੀ ਹੈ ਦੀਪ ਸਿੱਧੂ ਨੇ, ਤੁਹਾਡੇ ਆਪਣੀ ਜਿਹੜੀ ਮਨ ਦੇ ਵਿੱਚ ਛੁਪੀ ਹੋਈ ਗੱਲ ਆ 1839 ਤੋਂ ਜਦੋਂ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਹੋਈ ਹੈ, ਉਦੋਂ ਤੋਂ ਖੂਨ ਦੇ ਰਾਹੀਂ ਸਾਡੇ ਮਾਤਾ ਪਿਤਾ, ਦਾਦਿਆਂ ਪੜਦਾਦਿਆਂ, ਲੱਕੜ ਦਾਦਿਆਂ ਦੇ ਮਨਾਂ ਦੇ ਵਿੱਚ ਉਹ ਗੱਲ ਹੋਊ ਜਿਨ੍ਹਾਂ ਨੇ ਉਹ ਰਾਜ ਦੇਖਿਆ ਹੋਊਗਾ। ਉਹ ਖੂਨ ਦੇ ਰਾਹੀਂ ਟਰੈਵਲ ਹੁੰਦੀ ਹੈ। ਸਾਡੇ ਮਨਾਂ ਦੇ ਵਿੱਚ ਉਹ ਰਾਜ ਨੂੰ ਦੁਬਾਰਾ ਹਾਸਲ ਕਰਨ ਦੀ ਜਿਹੜੀ ਲਾਲਚ ਹੈ, ਇੱਛਾ ਹੈ, ਉਹ ਸਾਡੇ ਖੂਨ 'ਚ ਟਰੈਵਲ ਕਰ ਰਹੀ ਹੈ। ਉਹ ਇੱਛਾ ਬਾਰੇ ਦੀਪ ਸਿੱਧੂ ਨੇ ਸਾਨੂੰ ਦੱਸਿਆ ਕਿ ਇਹ ਜਰਾਸੀਮ ਆਪਣੇ 'ਚ ਹੈਗੇ ਨੇ ਰਾਜ ਕਰਨ ਦੇ। ਮੇਰੀਆਂ ਭੈਣੋ, ਮਾਤਾਓ, ਤੁਸੀਂ ਜਿਹੜੇ ਬੱਚਿਆਂ ਨੂੰ ਜਨਮ ਦਿੱਤਾ ਜਾਂ ਜਿਨ੍ਹਾਂ ਤੁਸੀਂ ਸਾਡੇ ਵੀਰਾਂ ਦੇ ਸੰਗ ਰਹਿ ਰਹੇ ਹੋ, ਤੁਹਾਨੂੰ ਮਾਣ ਹੋਣਾ ਚਾਹੀਦਾ। ਤੁਹਾਡੇ ਆਪਣੇ 'ਚ ਵੀ ਤੁਹਾਡੇ ਹਰੀ ਸਿੰਘ ਨਲੂਏ ਵਰਗੇ ਤੁਹਾਡੇ ਬਜ਼ੁਰਗ, ਉਹਨਾਂ ਦਾ ਖੂਨ ਹੈ ਸਾਡੇ 'ਚ। ਉਹ ਸਾਡੀਆਂ ਰਗਾਂ ਦੇ ਵਿੱਚ ਦੌੜ ਰਿਹਾ ਹੈ। ਉਹਨੂੰ ਚੇਂਜ ਨਹੀਂ ਕਰ ਸਕਦਾ ਖੂਨ ਨੂੰ ਕੋਈ। ਉਹ ਡੀਐਨਏ ਉਹਨੂੰ ਡੀਐਨਏ ਚੇਂਜ ਨਹੀਂ ਹੋ ਸਕਦਾ ਹੈਗਾ। ਨਹੀਂ, ਕਰਮ ਨਹੀਂ ਚੇਂਜ ਹੋ ਸਕਦਾ। ਉਹ ਸਾਡਾ ਕਰਮ ਹੈ, ਸਾਡਾ ਕਰਮ ਸੀ ਰਾਜ ਜਿਹੜਾ ਅਸੀਂ ਕੀਤਾ। ਸੋ ਉਹ ਹਾਸਲ ਕਰਨ ਲਈ ਜਿਹੜੀ ਤੁਹਾਡੀ ਬਹਿਬਲਤਾ, ਤੁਹਾਡੇ ਮਨ ਦੇ ਵਿੱਚ ਜਿਹੜਾ ਇੱਕ ਉਤੇਜਨਾ ਪੈਦਾ ਕਰ ਦੇਣੀ ਹੈ ਕਿ ਨਹੀਂ ਯਾਰ ਅਸੀਂ ਕਈ ਬਜ਼ੁਰਗ ਹੁੰਦੇ ਨੇ ਜਾਂ ਭਰਾ ਹੁੰਦੇ ਨੇ ਵੀ ਪਤਾ ਨਹੀਂ ਯਾਰ ਅਸੀਂ ਆਪਣਾ ਰਾਜ ਦੇਖਾਂਗੇ ਕਿ ਨਹੀਂ ਦੇਖਾਂਗੇ, ਸਾਨੂੰ ਕੋਈ ਵੋਟ ਤਾਂ ਪਾਉਂਦਾ ਨਹੀਂ, ਸਾਡੀ ਕੋਈ ਗੱਲ ਤਾਂ ਹੈ ਨਹੀਂ, ਸਾਡੇ ਤਾਂ ਲੋਕ ਹੀ ਵਿਕ ਜਾਂਦੇ ਨੇ, ਸਾਡੇ ਜਥੇਦਾਰ ਦੇਖ ਲਓ ਕਿੱਦਾਂ ਦੇ। ਉਹ ਢੈਂਦੀ ਜੀ ਕਲਾ ਵਾਲੀ ਗੱਲ ਕਰਕੇ ਕਰਦੇ ਨੇ ਯਾਰ ਪਤਾ ਨਹੀਂ ਕਿਹੜੀ ਪੀੜ੍ਹੀ 'ਚ ਸਾਡੇ ਬੱਚੇ ਦੇਖਣਗੇ ਕਿ ਨਹੀਂ ਦੇਖਣਗੇ ਆਪਣਾ ਰਾਜ। ਏਦਾਂ ਦੀ ਸਾਡੀ ਮਨੋਬਿਰਤੀ ਬਣ ਚੁੱਕੀ ਸੀ। ਦੀਪ ਸਿੱਧੂ ਨੇ ਉਹ ਮਨੋਬਿਰਤੀ ਤੋੜਤੀ। ਲੱਗਣ ਲੱਗ ਪਿਆ ਅਸੀਂ ਆਪਣੇ ਜਿਉਂਦੇ ਜੀ ਆਪਣਾ ਰਾਜ ਦੇਖ ਸਕਦੇ ਹਾਂ। ਲੱਗਦਾ, ਮੈਨੂੰ ਤਾਂ ਲੱਗਦਾ ਜੇ ਕਲਾ ਏਦਾਂ ਦੀ ਵਰਤ ਸਕਦੀ ਹੈ ਵੀ ਜਿਹੜਾ ਬੰਦਾ 4 ਦਿਨ ਪਹਿਲਾਂ ਗਦਾਰ ਕਿਹਾ ਜਾਂਦਾ ਹੋਵੇ, ਉਹਦੀ ਮੌਤ ਤੇ ਦੁਨੀਆ ਰੋ ਰਹੀ ਹੋਵੇ। ਅਜਮੇਰ ਸਿੰਘ ਨੇ ਮੈਨੂੰ ਦੱਸਿਆ, ਕਹਿੰਦਾ ਵੀ ਮੈਂ ਉਹ ਗੱਡੀ 'ਚ ਬੈਠਾ ਸੀ ਜਿਹਦੇ 'ਚ ਦੀਪ ਸਿੱਧੂ ਨੂੰ ਲੈ ਕੇ ਜਾ ਰਹੇ ਸੀ ਸੰਸਕਾਰ ਦੇ ਲਈ। ਕਹਿੰਦਾ ਇੱਕ ਬੰਦਾ ਆਇਆ, ਉਹਨੇ ਫਟਾਫਟ ਆਪਣੀ ਕੋਟੀ ਉਤਾਰੀ, ਕਹਿੰਦਾ ਬਾਬਾ ਜੀ ਆ ਕੋਟੀ ਫੜਿਓ, ਆ ਛੁਹਾ ਦਿਓ, ਉਹਦੀ ਬੋਡੀ ਦੇ ਨਾਲ ਛੁਹਾ ਦਿਓ ਇੱਕ ਵਾਰੀ। ਏਦਾਂ ਦਾ ਮਤਲਬ ਇਹ ਕਲਾ ਦੀ ਤਾਂ ਹੋਰ ਕੀ। 4 ਦਿਨ ਪਹਿਲਾਂ ਤੁਹਾਨੂੰ ਗਦਾਰ ਕਹਿ ਰਹੇ ਨੇ। ਇਹ ਤਬਦੀਲੀ 4 ਦਿਨ ਪਹਿਲਾਂ ਸਰਦਾਰ ਸਿਮਰਨਜੀਤ ਸਿੰਘ ਮਾਨ, ਲੰਮਾ ਸਮਾਂ ਹੋ ਗਿਆ, 40 ਸਾਲ ਹੋ ਗਏ ਉਹਨਾਂ ਨੂੰ ਆਪਣੇ ਰਾਜ ਦੀ ਗੱਲ ਕਰਦੇ ਆ, ਸਿੱਖ ਕੌਮ ਦੀ ਗੱਲ ਕਰਦੇ ਆ, ਸਿੱਖ ਕੌਮ ਦੇ ਮਸਲਿਆਂ ਦੀ ਗੱਲ ਕਰਦੇ ਆ। ਸ਼ਾਇਦ ਮਤਲਬ ਲੋਕਾਂ ਨੇ ਸੁਣੀ ਨਹੀਂ ਗੱਲ। ਜਦੋਂ ਦੀਪ ਸਿੱਧੂ ਉਹਨਾਂ ਦੀ ਸਟੇਜ ਤੇ ਗਿਆ, ਉਸੇ ਗੱਲ ਨੂੰ ਉਹਨਾਂ ਨੇ ਆਪਣੇ ਤਰੀਕੇ ਦੇ ਨਾਲ ਦੱਸਿਆ। 4 ਦਿਨਾਂ 'ਚ ਮਾਹੌਲ ਬਦਲ ਗਿਆ। ਜਿੱਤੇ ਜਾਂ ਨਾ ਜਿੱਤੇ, ਜਿੱਤ ਹਾਰ ਤਾਂ ਇਹ ਮੌਜੂਦਾ ਸਿਸਟਮ ਦੀ ਦੇਣ, ਵੋਟਾਂ ਦੀ ਗਿਣਤੀ, ਸਿਰਾਂ ਦੀ ਗਿਣਤੀ ਸਿਸਟਮ ਦੀ ਦੇਣ। ਪਰ ਜੋ ਲਹਿਰ ਇਸ ਵੇਲੇ ਪੰਜਾਬ ਦੇ ਵਿੱਚ ਬਣ ਗਈ ਹੈ, ਤਾਂ ਇਹ ਵਾਕਈ ਸਾਨੂੰ ਰਾਜ ਤੱਕ ਲੈ ਕੇ ਜਾਂਦੀ ਹੈ। ਸਾਡੇ ਮਨਾਂ ਦੇ ਵਿੱਚ ਰਾਜ ਦੀ ਬਹਿਬਲਤਾ ਪੈਦਾ ਕਰਦੀ ਹੈ। ਜਦੋਂ ਅਸੀਂ ਰੋ ਕੇ ਹਟਦੇ ਹਾਂ, ਜਦੋਂ ਅਸੀਂ ਸਦਮੇ ਤੋਂ ਬਾਹਰ ਆਉਂਦੇ ਹਾਂ, ਜਦੋਂ ਅਸੀਂ ਉਹ ਭੀੜਾਂ ਦੇਖਦੇ ਹਾਂ ਨੌਜਵਾਨਾਂ ਦੀਆਂ ਜਿਹੜੀਆਂ ਅੱਜ ਨਵੇਂ ਤਰੀਕੇ ਦੇ ਨਾਲ ਨਿਸ਼ਾਨ ਸਾਹਿਬ ਹੱਥ 'ਚ ਫੜ ਕੇ ਉਹਦੀ ਦੇਹ ਦੇ ਆਲੇ ਦੁਆਲੇ ਚੱਲਦੀਆਂ ਨੇ, ਤਾਂ ਸਾਡੀ ਅੱਖ ਦੇ ਵਿੱਚ ਚਮਕ ਆ ਜਾਂਦੀ ਹੈ ਮੁੜ ਕੇ ਕਿ ਨਹੀਂ, ਠੀਕ ਹੈ, ਅਸੀਂ ਡੀਟੌਕਸ ਹੋ ਚੁੱਕੇ ਹਾਂ। ਡੀਟੌਕਸੀਫਾਈ ਕਰ ਗਿਆ ਉਹ ਸਾਡੇ ਮਨਾਂ ਨੂੰ। ਅਸੀਂ ਸੋਚ ਸਕਦੇ ਹਾਂ ਕਦੇ ਕਦੇ ਕਿਸੇ ਸੰਸਕਾਰ ਦੇ ਉੱਤੇ, ਕਿਸੇ ਦੇ ਸਰੀਰ ਦੀ ਰਾਖ
ਤੇ ਕਿਸੇ ਨੇ ਪਹਿਰਾ ਦਿੱਤਾ, ਕਿਸੇ ਨੇ ਲਗਾਤਾਰ, ਕਦੇ ਕੋਈ ਏਦਾਂ ਦਾ ਤੁਸੀਂ ਸੁਣਿਆ ਵੀ ਕਿਸੇ ਨੇ ਲਗਾਤਾਰ ਉੱਥੇ ਬੈਠ ਕੇ ਪਾਠ ਕੀਤਾ ਹੋਵੇ? ਮੁੰਡੇ, ਪਿੰਡਾਂ ਦੇ ਮੁੰਡੇ ਦੂਰੋਂ ਦੂਰੋਂ, ਜਿਨ੍ਹਾਂ ਨੇ ਉਹਨਾਂ ਨੂੰ ਦੇਖਿਆ ਵੀ ਨਹੀਂ, ਕਦੇ ਮਿਲੇ ਨਹੀਂ ਹੈਗੇ, ਉਹਦੀ ਸਵਾਹ ਤੱਕ ਲੈ ਕੇ ਜਾਣ ਲੱਗ ਪਏ। ਉੱਥੇ ਪਹਿਰਾ ਦੇਣਾ ਪਿਆ, ਉੱਥੇ ਰੋਕਣਾ ਪਿਆ ਉਸ ਨੂੰ। ਇਹ ਮਾਣ ਤਾਣ ਜਿਹੜਾ ਹੈ, ਇਹ ਵਾਹਿਗੁਰੂ ਦੀ ਕਲਾ ਹੁੰਦੀ ਹੈ। ਵਾਹਿਗੁਰੂ ਨੇ ਕਿਰਪਾ ਕੀਤੀ ਹੈ ਉਹਦੇ ਤੇ, ਉਹਦਾ ਜੀਵਨ ਉਹ ਸਫਲ ਕਰ ਗਿਆ, ਆਪਣਾ ਜੀਵਨ ਸਫਲ ਕਰ ਗਿਆ। ਤੇ ਜਿਨ੍ਹਾਂ ਨੇ ਕੋਈ ਇਸ ਤਰ੍ਹਾਂ ਦੀ ਉਸ ਤਰ੍ਹਾਂ ਦੀ ਗੱਲ ਕੀਤੀ, ਉਹਨਾਂ ਦਾ ਜੀਵਨ ਜਿਉਂਦੇ ਜੀ ਖਤਮ ਕਰ ਗਿਆ ਉਹ। ਤੇ ਮੈਨੂੰ ਲੱਗਦਾ ਵੀ ਸਾਡਾ ਜਿਹੜਾ ਭਵਿੱਖ ਹੈ ਉਹ ਸੁਨਹਿਰਾ, ਅਸੀਂ ਆਸਵੰਦ ਕਿ ਅਸੀਂ ਆਪਣਾ ਰਾਜ ਹਾਸਲ ਕਰਾਂਗੇ। ਅਸੀਂ ਕਰਨਾ ਐਸੇ ਜ਼ਿੰਦਗੀ 'ਚ ਕਰਨਾ, ਤੇ ਉਹੀ ਰਾਜ, ਜਿਹੜੇ ਰਾਜ ਦੀ ਗੱਲ ਅੱਜ ਅਸੀਂ ਰਵਿਦਾਸ ਜੀ ਦਾ ਜਨਮ ਦਿਨ ਵੀ ਮਨਾ ਰਹੇ ਹਾਂ, ਜਨਮ ਦਿਹਾੜਾ ਹੈ ਜੀ। ਬੇਗਮਪੁਰਾ ਸ਼ਹਿਰ ਕੋ ਨਾਓ, ਦੁੱਖ ਅੰਦੋਹ ਨਹੀਂ ਤੇ ਠਾਓ। ਅਸਲੀ ਬੇਗਮਪੁਰੀਆ ਤਾਂ ਦੀਪ ਸਿੱਧੂ ਸੀ, ਅਸਲੀ ਬੇਗਮਪੁਰੇ ਦਾ ਵਾਸੀ ਤਾਂ ਉਹ ਸੀ ਨਾ। ਸੋ ਉਹ ਆਪਣਾ ਕੰਮ ਕਰਕੇ ਚਲਾ ਗਿਆ। ਤੇ ਬਹੁਤ ਗੱਲਾਂ ਨੇ ਜਿਹੜੀਆਂ ਬਰੀਕੀ ਵਾਲੀਆਂ ਮੈਂ ਇੱਥੇ ਕਰਨਾ ਨਹੀਂ ਚਾਹੁੰਦਾ, ਕਿਉਂਕਿ ਇੱਥੇ ਆਪਾਂ ਸਿਰਫ ਸ਼ਰਧਾਂਜਲੀ ਭੇਟ ਕਰਨ ਆਏ ਹਾਂ ਦੀਪ ਸਿੱਧੂ ਨੂੰ। ਤੇ ਸਾਡੀ ਜਿਹੜੀ ਕਾਮਯਾਬੀ ਹੈ ਇਸ ਸਮਾਗਮ ਦੀ, ਸ਼ਰਧਾਂਜਲੀ ਦੇਣ ਦੀ, ਉਹ ਐਸੇ 'ਚ ਲੁਕੀ ਹੋਈ ਹੈ ਕਿ ਅਸੀਂ ਸਿਰਫ ਤੇ ਸਿਰਫ ਪੋਜ਼ਿਟਿਵ, ਉਹਦੇ ਜੋ ਚੰਗੇ ਪੱਖ ਨੇ, ਜਿਹੜੇ ਪੱਖਾਂ ਨੂੰ ਉਹ ਅੱਗੇ ਲੈ ਕੇ ਆਇਆ, ਜਿਹੜੇ ਪੱਖਾਂ ਕਰਕੇ ਉਹ ਹਮੇਸ਼ਾ ਯਾਦ ਰੱਖਿਆ ਜਾਏਗਾ, ਉਹ ਪੱਖਾਂ ਦੀ ਹੀ ਗੱਲ ਕਰੀਏ। ਜਿਵੇਂ ਅਰਸਤੂ ਦੀ ਗੱਲ, ਜਿਨ੍ਹਾਂ ਨੇ ਪੋਲੀਟੀਕਲ ਸਾਇੰਸ ਪੜ੍ਹੀ ਹੈ, ਉਹਨਾਂ ਨੂੰ ਅਰਸਤੂ ਪੜ੍ਹਾਇਆ ਜਾਂਦਾ, ਅਰਿਸਟੋਟਲ। ਉਹਦੇ ਕੋਰਸ ਨੇ ਰਾਜਨੀਤੀ ਵਿਗਿਆਨ ਬਾਰੇ, ਤੇ ਉਹ ਪੜ੍ਹਾਏ ਜਾਂਦੇ ਨੇ। ਕਾਰਲ ਮਾਰਕਸ ਨੂੰ ਪੜ੍ਹਾਇਆ ਜਾਂਦਾ, ਉਹਨਾਂ ਦੇ ਅਖਾਣ ਨੇ। ਜਿਵੇਂ ਇੱਕ ਅਖਾਣ ਬਹੁਤ ਸੰਤਾਂ ਦਾ ਮਸ਼ਹੂਰ ਹੋਇਆ, ਸਾਡੇ ਤਾਂ ਉਹ ਆ ਗਿਆ, ਖੂਨ ਦੇ ਵਿੱਚ ਆ ਗਿਆ। ਦੀਪ ਸਿੱਧੂ ਸਾਡੇ ਨਹੀਂ ਆਇਆ, ਦੀਪ ਸਿੱਧੂ ਦੇ ਅਸਲ 'ਚ ਆ ਗਿਆ ਖੂਨ 'ਚ, ਕਿ ਸਰੀਰ ਦੇ ਮਰਨੇ ਨੂੰ ਮੈਂ ਮੌਤ ਨਹੀਂ ਮੰਨਦਾ, ਜ਼ਮੀਰ ਦਾ ਮਰ ਜਾਣਾ ਯਕੀਨਨ ਮੌਤ ਹੈ। ਕਿੱਡਾ ਵੱਡਾ ਕੋਟ ਆ, ਦੁਨੀਆ ਦੇ ਵੱਡੇ ਵੱਡੇ ਜਿਹੜੇ ਕੋਟਸ ਨੇ, ਵੱਡੇ ਜਿਹੜੇ ਵਿਦਵਾਨਾਂ ਦੇ ਜਾਂ ਪੋਲੀਟੀਕਲ ਲੀਡਰਾਂ ਦੇ, ਉਹਨਾਂ ਦੇ ਉੱਤੇ ਹਾਵੀ ਆ ਉਹ ਕਰਲਾ ਕੋਟ ਮਹਾਰਾਜ ਦਾ, ਸੰਤਾਂ ਦਾ। ਤੇ ਇਹ ਜਿਹੜੀਆਂ ਸਪੀਚਾਂ ਨੇ ਦੀਪ ਸਿੱਧੂ ਦੀਆਂ, ਜਿੰਨੇ ਉਹਦੇ ਵਿਖਿਆਨ ਨੇ ਜਾਂ ਜਿੰਨੇ ਉਹਨੇ ਲੈਕਚਰ ਦਿੱਤੇ ਨੇ, ਵੱਖ-ਵੱਖ ਥਾਵਾਂ ਤੇ ਇੰਟਰਵਿਊਜ਼ ਦਿੱਤੀਆਂ ਨੇ, ਉਹ ਆਪਣੇ ਆਪ ਦੇ ਵਿੱਚ ਅਖਾਣ ਨੇ। ਛੋਟੇ ਬੱਚਿਆਂ ਲਈ ਇੱਕ ਬਹੁਤ ਵੱਡੀ ਉਹਨੇ ਕਹਾਣੀ ਸੁਣਾਈ, ਲੰਬੀ ਨਹੀਂ, ਵੱਡੀ, ਦਿਓ ਦਾ ਪਿਓ। ਉਹ ਬੱਚੇ ਸੁਣ ਰਹੇ ਨੇ, ਉਹ ਇੰਨੀ ਲੋਕਪ੍ਰਿਯ ਹੋ ਰਹੀ ਹੈ ਕਹਾਣੀ। ਉਹਦੀਆਂ ਛੋਟੀਆਂ ਛੋਟੀਆਂ ਗੱਲਾਂ ਕੀਤੀਆਂ ਹੋਈਆਂ। ਕਹਿੰਦਾ ਬਿੱਲੀ ਦੁੱਧ ਪੀ ਜੇ ਤਾਂ ਕੋਈ ਗੱਲ ਨਹੀਂ, ਪਰ ਜਦੋਂ ਬਨੇਰੇ ਤੇ ਬੈਠ ਕੇ ਮੁੱਛਾਂ ਜੀਆਂ ਤਾਂ ਠਾਂ ਕਰਦੀ ਹੈ ਨਾ, ਫਿਰ ਨਹੀਂ ਸਹੀ ਜਾਂਦੀ। ਉਹ ਕਿੱਡੀ ਵੱਡੀ ਇਹਦੇ 'ਚ ਗੱਲ ਕਹਿ ਗਿਆ ਉਹ। ਹੋਰ ਬਹੁਤ ਗੱਲਾਂ ਨੇ ਜਿਹੜੀਆਂ ਉਹ ਹਮੇਸ਼ਾ ਸਾਨੂੰ ਸਮੇਂ-ਸਮੇਂ ਤੇ ਯਾਦ ਆਉਣਗੀਆਂ, ਤੇ ਅਸੀਂ ਹਿੰਮਤ ਕਰ ਸਕਦੇ ਹਾਂ। ਅਸੀਂ ਜਿਹੜੀਆਂ ਵੱਖ-ਵੱਖ ਪਾਰਟੀਆਂ ਨਾਲ, ਬੰਦਿਆਂ ਨਾਲ, ਪ੍ਰਚਾਰਕਾਂ ਦੇ ਨਾਲ, ਜਿਨ੍ਹਾਂ ਦੇ ਨਾਲ ਜੁੜੇ ਹੋਏ ਆ, ਅਸੀਂ ਸਾਡੇ 'ਚ ਇੰਨਾ ਤਾਂ ਹੌਸਲਾ ਹੈਗਾ ਨਾ, ਕਹਿਣ ਲਈ ਬਸ ਯਾਰ ਹੁਣ ਹੈ ਨਾ, ਬਹੁਤ ਹੋ ਗਈ। ਮੈਨੂੰ ਹੁਣ ਜੋ ਸੁਪਨਾ ਤੂੰ ਦਿਖਾਣਾ ਨਾ ਵੀ ਤੇਰੇ ਪਿੰਡ ਦੀਆਂ ਗਲੀਆਂ ਨਾਲੀਆਂ ਪੱਕੀਆਂ ਕਰ ਦਾਂਗੇ, ਤੈਨੂੰ ਉੱਥੇ ਤੂੰ ਇੰਡੀਆ ਆਇਆ ਕਰੇਗਾ, ਤੈਨੂੰ ਪੁਲਿਸ ਨਹੀਂ ਦੇਖੂਗੀ, ਚੱਕੂਗੀ, ਜਾਂ ਪਰਚਾ ਨਹੀਂ ਹੋਊਗਾ, ਤੈਨੂੰ ਉੱਥੇ ਟੌਰਾਂ ਹੋਣਗੀਆਂ ਤੇਰੀਆਂ, ਜਾਂ ਤੇਰਾ ਕੰਮ ਹੋ ਜਾ ਕਰੂ, ਤੈਨੂੰ ਲਾਈਨ 'ਚ ਨਹੀਂ ਖੜਨਾ ਪਿਆ ਕਰੂਗਾ। ਕਿ ਵੀ ਨਹੀਂ, ਮੈਨੂੰ ਆ ਨਹੀਂ, ਮੈਂ ਤਾਂ ਤੂੰ ਵੱਡਾ ਕੁਛ ਚਾਹਣਾ, ਮੈਨੂੰ ਤਾਂ ਰਾਜ ਚਾਹੀਦਾ ਯਾਰ, ਆਹ ਚੀਜ਼ਾਂ ਨਹੀਂ ਚਾਹੀਦੀਆਂ। ਉਹਨੂੰ ਕਹਿ ਲਓ ਇੱਕ ਵਾਰੀ। ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ। ਅਸੀਂ ਸਾਰੇ ਮਿਲ ਕੇ ਭਾਈ ਦੀਪ ਸਿੰਘ ਸਿੱਧੂ ਨੂੰ ਸ਼ਰਧਾਂਜਲੀ ਭੇਟ ਕਰਦੇ ਹਾਂ। ਵਾਹਿਗੁਰੂ ਅੱਗੇ ਅਰਦਾਸ ਕਰਦੇ ਹਾਂ ਕਿ ਆਪਣੇ ਬੱਚੇ ਨੂੰ ਆਪਣੀ ਬੁੱਕਲ 'ਚ ਥਾਂ ਦੇਵੇ। ਬਹੁਤ ਬਹੁਤ ਧੰਨਵਾਦ। ਕਿਸੇ ਨੇ ਕੁਝ ਕਹਿਣਾ ਹੋਵੇ ਤਾਂ ਉਹ ਆ ਸਕਦਾ ਜੀ। ਕੋਈ ਹਾਂਜੀ, 27 ਤਰੀਕ ਨੂੰ ਐਤਵਾਰ ਨੂੰ ਗੁਰਦੁਆਰਾ ਸਾਹਿਬ ਜਿਹੜਾ ਹੈਗਾ ਗੁਰੂ ਘਰ ਭਾਈ ਜਗਦੀਪ ਸਿੰਘ ਤੇ ਭਾਈ ਦਰਜੀਤ ਸਿੰਘ ਜਗਦੇਵ ਸਿੰਘ ਹੋਰਾਂ ਕੋਲ ਜਿੱਥੇ ਸੇਵਾ ਨਿਭਾਉਂਦੇ ਨੇ, ਉਸ ਗੁਰੂ ਘਰ
ਭਾਈ ਦੀਪ ਸਿੰਘ ਸਿੱਧੂ ਦੀ ਯਾਦ ਦੇ ਵਿੱਚ ਸਹਿਜ ਪਾਠ ਸ਼ੁਰੂ ਹੋ ਚੁੱਕੇ ਨੇ। ਉੱਥੇ ਭੋਗ ਪਾਇਆ ਜਾਏਗਾ। ਸੋ ਦਸ਼ਮੇਸ਼ ਦੁਆਰ ਦਸ਼ਮੇਸ਼ ਦੁਆਰ ਗੁਰਦੁਆਰਾ ਸਾਹਿਬ ਦਸ਼ਮੇਸ਼ ਦੁਆਰ, ਉੱਥੇ ਸਾਰੀਆਂ ਸੰਗਤਾਂ ਪਹੁੰਚ ਕੇ ਉੱਥੇ ਵੀ ਕੋਸ਼ਿਸ਼ ਕਰਿਓ ਆਉਣ ਦੀ। ਕਿੰਨੇ ਤੋਂ ਕਿੰਨੇ? 11:30 ਤੋਂ 1:30 ਵਜੇ। ਹਾਂ, 11:30 ਤੋਂ 1:30 ਵਜੇ ਤੱਕ ਉੱਥੇ ਜ਼ਰੂਰ ਦਰਸ਼ਨ ਦਿਓ ਤੁਸੀਂ। ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।